वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 196। ਸੂਬੇਦਾਰਾਂ ਵੱਲੋਂ ਸਿੱਖਾਂ ਉੱਤੇ ਤਾਬੜਤੋੜ ਅਤਿਆਚਾਰ। ਸਿੱਖਾਂ ਦੀ ਕਤਲਾਮ ਦੇ ਸ਼ਾਹੀ ਫਰਮਾਨ ਨੂੰ ਸਰਹੰਦ, ਲਾਹੌਰ ਅਤੇ ਜੰਮੂ ਦੇ ਸੂਬੇਦਾਰਾਂ ਅੱਖਰ ਅੱਖਰ ਪੂਰਾ ਕੀਤਾ। ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਚੰਗੇ ਬਣਨ ਲਈ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਬੇਪਨਾਹ ਸਿੱਖਾਂ, ਔਰਤਾਂ, ਬੁੱਢੇ ਬੱਚਿਆਂ ਉੱਤੇ ਉਹ ਜ਼ੁਲਮ ਢਾਏ ਕਿ ਚੰਗੇਜ਼ ਅਤੇ ਹਲਾਕੂ ਵੀ ਆਪਣੀਆਂ ਕਬਰਾਂ ਵਿੱਚ ਕੰਬ ਉੱਠੇ। ਇਸ ਸਾਰੇ ਜ਼ੁਲਮੀ ਕਾਰੋਬਾਰ ਦਾ ਨਿਗਰਾਨ ਅਬਦੁਸ ਸਮਦ ਖਾਨ ਗਵਰਨਰ ਲਾਹੌਰ ਸੀ। ਇਸ ਨੇ ਹਰ ਪਿੰਡ ਦੇ ਲੰਬੜਦਾਰ ਪਾਸੋਂ ਲਿਖਤ ਕਰਾ ਲਈ ਕਿ ਉਹ ਕਿਸੇ ਸਿੱਖ ਨੂੰ ਪਿੰਡ ਵਿੱਚ ਵਸਣ ਨਹੀਂ ਦੇਣਗੇ। ਜੇ ਕੋਈ ਸਿੱਖ ਉਹਨਾਂ ਦੇ ਅੜਿੱਕਿਆ ਜਾਏ ਤਾਂ ਉਹ ਫੜ ਕੇ ਲਾਗੇ ਦੇ ਥਾਣੇ ਵਿੱਚ ਛੱਡ ਆਉਣਗੇ। ਜੋ ਉਹਨਾਂ ਦੇ ਕਾਬੂ ਨਾ ਆਵੇ ਉਹਨਾਂ ਦੀ ਮੌਜੂਦਗੀ ਦੀ ਖਬਰ ਸਰਕਾਰੀ ਅਫਸਰਾਂ ਨੂੰ ਦਿੱਤੀ ਜਾਏ। ਸੂਈਏ ਪਿੰਡੋਂ ਪਿੰਡ ਫਿਰ ਕੇ ਤਸਦੀਕ ਕਰਦੇ ਕਿ ਪਿੰਡਾਂ ਦੇ ਮੁਖੀ ਅਤੇ ਲੰਬੜਦਾਰ ਸਰਕਾਰੀ ਹੁਕਮਾਂ ਦੀ ਪੂਰੀ ਤਮੀਲ ਕਰਦੇ ਹਨ ਕਿ ਨਹੀਂ। ਸਥਾਨਿਕ ਮੁਖਬਰ ਵੀ ਰੱਖੇ ਹੋਏ ਸਨ ਜੋ ਖੁਫੀਆ ਤੌਰ ਤੇ ਥਾਣਿਆਂ ਅਤੇ ਫੌਜੀ ਚੌਂਕੀਆਂ ਵਿੱਚ ਇਤਲਾਹ ਦਿੰਦੇ। ਇਹਨਾਂ ਨੇ ਸਿੱਖਾਂ ਦੀ ਬਰਬਾਦੀ ਲਈ ਆਪਣੇ ਵੱਲੋਂ ਵੀ ਇਨਾਮ ਦੀਆਂ ਰਕਮਾਂ ਨਿਯਤ ਕੀਤੀਆਂ ਹੋਈਆਂ ਸਨ। ਜਿਵੇਂ ਸਿੱਖ ਦੀ ਮੌਜੂਦਗੀ ਦੀ 10 ਪਾਉਣ ਵਾਲੇ ਨੂੰ 10 ਰੁਪਏ, ਸਿੱਖ ਨੂੰ ਵਿਖਾਉਣ ਵਾਲੇ ਨੂੰ 20 ਰੁਪਏ, ਜੋ ਸਿੱਖ ਨੂੰ ਫੜਾਉਣ ਵਿੱਚ ਸਹਾਇਤਾ ਕਰੇ ਉਸ ਨੂੰ 40 ਰੁਪਏ ਅਤੇ ਜਿਹੜਾ ਸਿੱਖ ਦਾ ਸਿਰ ਵੱਢ ਕੇ ਲੈ ਆਵੇ ਉਸ ਨੂੰ 80 ਰੁਪਏ। ਔਰੰਗਜ਼ੇਬ ਦੇ ਸਮੇਂ ਤੋਂ ਹੀ ਹਿੰਦੂਆਂ ਨੂੰ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਚਫੇਰਿਓਂ ਜਿੱਚ ਕਰਕੇ ਇਸਲਾਮ ਦੇ ਘੇਰੇ ਵਿੱਚ ਲਿਆਉਣ ਦੇ ਯਤਨ ਕੀਤੇ ਜਾਂਦੇ ਸਨ। ਕੱਠ ਮੁੱਲਿਆਂ ਦੀ ਤਾਂ ਅਸਲੋਂ ਚੜ੍ਹ ਮੱਚੀ ਰਹਿੰਦੀ। ਬਹਾਦਰ ਸ਼ਾਹ, ਫਰਖਸ਼ੀਰ ਅਤੇ ਜ਼ਕਰੀਆ ਖਾਂ ਵੇਲੇ ਤਾਂ ਮੂਲੋਂ ਹੀ ਅੱਤ ਹੋ ਗਈ ਸੀ। ਉਹਨਾਂ ਦਿਨਾਂ ਵਿੱਚ ਪੀਣ ਵਾਲਾ ਪਾਣੀ ਭਰਨ ਲਈ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦੇ ਅੱਡ-ਅੱਡ ਆਪਣੇ ਖੂਹ ਹੁੰਦੇ ਸਨ। ਹਿੰਦੂਆਂ ਸਿੱਖਾਂ ਦੇ ਖੂਹਾਂ ਵਿੱਚ ਮਿਥ ਕੇ ਜ਼ਿਬਾ ਕੀਤੀਆਂ ਗਊਆਂ ਦੀਆਂ ਆਂਦਰਾਂ, ਹੱਡੀਆਂ ਆਦਿ ਸੁੱਟ ਦਿੱਤੀਆਂ ਜਾਂਦੀਆਂ ਤਾਂ ਕਿ ਇਹ ਮਜਬੂਰ ਹੋ ਕੇ ਮੁਸਲਮਾਨਾਂ ਵਾਲੇ ਖੂਹਾਂ ਤੋਂ ਪਾਣੀ ਭਰਨ, ਜਿੱਥੇ ਚਮੜੇ ਦਾ ਬੋਕਾ ਚੱਲਦਾ ਸੀ ਅਤੇ ਜਿਸ ਦੀ ਧਾਰਮਿਕ ਪੱਖੋਂ ਉਹਨਾਂ ਨੂੰ ਮਨਾਹੀ ਸੀ। ਖੁੱਲ੍ਹੇ ਤੌਰ ਤੇ ਹਿੰਦੂ ਮਹੱਲਿਆਂ ਵਿੱਚ ਜਾਣ ਬੁੱਝ ਕੇ ਹਿੰਦੂ ਦਿਨ ਦਿਹਾਰਾਂ ਵੇਲੇ ਗਾਵਾਂ, ਵੱਛੇ, ਵੱਛੀਆਂ ਹਲਾਲ ਕੀਤੇ ਜਾਂਦੇ। ਜਿੱਥੇ ਮੁਸਲਮਾਨਾਂ ਦਾ ਜ਼ਿਆਦਾ ਜ਼ੋਰ ਹੁੰਦਾ ਉਹ ਹਿੰਦੂਆਂ ਨੂੰ ਮਜਬੂਰ ਕਰਦੇ ਕਿ ਉਹ ਗਾਂ, ਵਹਿੜ, ਜੂੜ ਢਾਹ ਕੇ ਕਾਬੂ ਕਰਨ ਅਤੇ ਛੁਰੀ, ਕਸਾਈ ਜਾਂ ਕੋਈ ਦੂਜਾ ਮੁਸਲਮਾਨ ਫੇਰਦਾ। ਮੁਸਲਮਾਨੀ ਰਾਜ ਗੈਰ ਮੁਸਲਮਾਨਾਂ ਵਾਸਤੇ ਨਰਕ ਦੇ ਨਿਆਈ ਸੀ। ਹਰ ਪਾਸਿਓਂ ਬੇਪਤੀ, ਦੁਰੇ ਲੁੱਟ ਘਸੁੱਟ, ਧਾਰਮਿਕ ਰਹੁ ਰੀਤਾਂ ਜਾਂ ਵੱਡੇ ਤਿਉਹਾਰ ਕੀ ਮਜਾਲ ਕੋਈ ਮਨਾ ਸਕੇ। ਇੱਜ਼ਤ ਆਬਰੂ ਹਰ ਵੇਲੇ ਖਤਰੇ ਵਿੱਚ। ਇਸੇ ਦੁੱਖੋਂ ਮਜਬੂਰ ਹੋ ਕੇ ਲੋਕ ਛੋਟੀ ਉਮਰ ਵਿੱਚ ਹੀ ਬੱਚੀਆਂ ਦੀਆਂ ਸ਼ਾਦੀਆਂ ਕਰ ਦਿੰਦੇ। ਜੇਵਰ ਪਾਉਣਾ ਤਾਂ ਇੱਕ ਪਾਸੇ, ਕੋਈ ਚੱਜ ਦਾ ਲੀੜਾ ਕੱਪੜਾ ਵੀ ਨਹੀਂ ਸੀ ਪਾ ਸਕਦਾ। ਚੰਗਾ ਸੋਹਣਾ ਪਸ਼ੂ ਡੰਗਰ, ਖਾਸ ਕਰਕੇ ਘੋੜਾ ਘੋੜੀ ਵੇਖਦਿਆਂ ਜਾਂ ਦੱਸ ਪੈਂਦਿਆਂ ਸਾਰ ਖੋਹ ਲੈਂਦੇ। ਜੇ ਕਿਸੇ ਜ਼ੁਲਮ ਜ਼ਬਰ ਦੀ ਫਰਿਆਦ ਕਾਜ਼ੀ ਦੀ ਅਦਾਲਤ ਵਿੱਚ ਜਾਂਦੀ, ਹਿੰਦੂ ਦਾ ਪੱਖ ਭਾਵੇਂ ਕਿੰਨਾ ਸੱਚਾ ਤੇ ਭਾਰਾ ਹੁੰਦਾ, ਜੇ ਦਾਅਵਾ ਮੁਸਲਮਾਨ ਤੇ ਹੁੰਦਾ ਤਾਂ ਇਹ ਅਟੱਲ ਸੀ ਕਿ ਫੈਸਲਾ ਮਜ਼ਲੂਮ ਹਿੰਦੂ ਦੇ ਉਲਟ ਅਤੇ ਮੁਸਲਮਾਨ ਦੇ ਹੱਕ ਵਿੱਚ ਜਾਂਦਾ। ਜ਼ੁਲਮ ਜ਼ਬਰ ਦਾ ਇਹੋ ਜਿਹਾ ਸ਼ੋਰ ਸੀ ਕਿ ਕੋਈ ਉੱਚਾ ਨਾ ਤਾਂ ਰੋ ਸਕਦਾ ਸੀ ਨਾ ਹੌਂਕਾ ਲੈ ਸਕਦਾ। ਇਹ ਸੀ ਸੱਚਾ ਸੁੱਚਾ ਢੰਗ ਇਸਲਾਮ ਦੇ ਵਾਅਦੇ ਦਾ। ਗੈਰ ਮੁਸਲਮਾਨਾਂ ਉੱਤੇ ਹਰ ਤਰ੍ਹਾਂ ਦੀ ਤੱਦੀ ਸਖਤੀ ਅਤੇ ਉਹਨਾਂ ਤੋਂ ਲੁੱਟ ਖੋਹ ਨਾਲ ਮੋਮਣ ਦੇ ਪੌ 12 ਸਨ। ਦੁਨਿਆਵੀ ਮਾਲ ਦੌਲਤ ਹੱਥ ਆਉਂਦਾ, ਦਾਸੀਆਂ ਅਤੇ ਗੁਲਾਮ ਦਸਤਿਆਬ ਹੁੰਦੇ। ਇਸਲਾਮ ਦੇ ਵਾਅਦੇ ਨਾਲ ਮੋਮਨਾਂ ਨੂੰ ਬੇਉੜਕ ਸਵਾਬ ਅਤੇ ਜੰਨਤ ਦੇ ਦਰਵਾਜ਼ੇ ਖੁੱਲ੍ਹੇ। 70 ਹੁਰਾਂ ਕਿੱਡਾ ਲਾਭਦਾਇਕ ਸੌਦਾ ਹੈ। ਕਿਸੇ ਹਿੰਦੂ ਸਿੱਖ ਨੂੰ ਮਾਰ ਲਵੋ ਜਾਂ ਮੁਸਲਮਾਨ ਬਣਾ ਲਵੋ, ਉਤਲੀਆਂ ਨਫਾ ਬਖਸ਼ ਰਿਆਇਤਾਂ ਦਾ ਪੱਕਾ ਪੱਟਾ ਮੋਮਨਾਂ ਦੇ ਨਾਂ। ਪਾਠਕ ਆਪ ਹੀ ਅਨੁਭਵ ਕਰ ਲੈਣ ਕਿ ਉਸ ਵੇਲੇ ਹਿੰਦੁਸਤਾਨ ਅਤੇ ਖਾਸ ਕਰ ਪੰਜਾਬ ਵਿੱਚ ਕਿਸ ਕਿਸਮ ਦੀ ਹਨੇਰਗਰਦੀ ਹੋਵੇਗੀ।
ਸਿੱਖ ਪੰਜਾਬ ਦੇ ਪਿੰਡਾਂ ਅਤੇ ਮੈਦਾਨਾਂ 'ਚੋਂ ਅਲੋਪ ਹੋ ਗਏ। ਬੰਦਾ ਸਿੰਘ ਦੇ ਸ਼ਹੀਦ ਹੋ ਜਾਣ ਪਿੱਛੋਂ ਕੋਈ ਐਸਾ ਤਕੜਾ ਸਿੱਖ ਆਗੂ ਨਾ ਰਿਹਾ ਜੋ ਸਿੱਖਾਂ ਦੀ ਖਿਲਰੀ ਪੁਲਰੀ ਸ਼ਕਤੀ ਨੂੰ ਮੁੜ ਸੰਗਠਿਤ ਕਰਕੇ ਹਕੂਮਤ ਦੇ ਜ਼ੁਲਮ ਜਬਰ ਵਿਰੁੱਧ ਲਾਮਬੰਦ ਕਰ ਸਕੇ। ਯੋਗ ਅਗਵਾਈ, ਹੌਸਲਾ, ਹੱਠ, ਆਪਸੀ ਪ੍ਰੇਮ ਅਤੇ ਸੁਹਿਰਦਤਾ ਤੋਂ ਬਿਨਾਂ ਮੁਸੀਬਤਾਂ ਅਤੇ ਔਂਕੜਾਂ ਦਾ ਮੁਕਾਬਲਾ ਕਠਿਨ ਹੋ ਜਾਂਦਾ ਹੈ। ਮੁਸੀਬਤਾਂ ਫਿਰ ਇੱਕ ਇੱਕ ਕਰਕੇ ਨਹੀਂ ਆਉਂਦੀਆਂ, ਸਗੋਂ ਉਹਨਾਂ ਦੇ ਪਰਿਆਂ ਦੇ ਪਰੇ ਵੱਜ ਕੇ ਆਉਂਦੇ ਹਨ। ਸਵੱਲਿਆਂ ਭਾਗਾਂ ਨਾਲ ਜੇ ਉਪਰੋਕਤ ਗੁਣਾਂ ਵਾਲਾ ਆਗੂ ਕੌਮ ਨੂੰ ਮਿਲ ਜਾਵੇ ਤਾਂ ਤੇ ਉਹ ਤੂਫਾਨਾਂ ਵਿੱਚੋਂ ਵੀ ਬੇੜੇ ਨੂੰ ਕੱਢ ਕੇ ਬੰਨੇ ਲੈ ਆਉਂਦਾ ਹੈ। ਇਸ ਵੇਲੇ ਸਿੱਖਾਂ ਦੀ ਦਿਸ਼ਾ ਬੜੀ ਤਰਸਯੋਗ ਬਣੀ ਹੋਈ ਸੀ। ਤੱਤ ਖਾਲਸੇ ਦਾ ਇੱਕ ਵੱਡਾ ਹਿੱਸਾ ਬੰਦਾ ਸਿੰਘ ਦੇ ਹੁੰਦਿਆਂ ਹੀ ਨਾਰਾਜ਼ ਹੋ ਕੇ ਅੱਡ ਹੋ ਗਿਆ ਸੀ। ਸਰਕਾਰਾਂ ਤਾਂ ਇਹੋ ਜਿਹਾ ਮੌਕਿਆਂ ਨੂੰ ਢਾਹ ਕੇ ਲੱਭਦੀਆਂ ਹੁੰਦੀਆਂ ਨੇ। ਮੁਗਲ ਸਰਕਾਰ ਨੇ ਇਹਨਾਂ ਨੂੰ ਮੁਲਾਜ਼ਮਤਾਂ ਅਤੇ ਜਗੀਰਾਂ ਦੇ ਕੇ ਸਿੱਖਾਂ ਵਿੱਚ ਆਪਸੀ ਪਾੜੇ ਨੂੰ ਹੋਰ ਵੱਡਾ ਅਤੇ ਡੂੰਘਾ ਕਰ ਛੱਡਿਆ ਸੀ। ਜਦ ਬੰਦਾ ਸਿੰਘ ਨੂੰ ਮਾਰ ਲਿਆ ਤਾਂ ਤੱਤ ਖਾਲਸੇ ਦੇ ਜਥਿਆਂ ਦੀ ਸਰਕਾਰ ਨੂੰ ਕੀ ਲੋੜ ਸੀ। ਇਹ ਸਿੱਖ ਵੀ ਭਾਂਪ ਗਏ ਕਿ ਹੁਣ ਖੈਰ ਉਹਨਾਂ ਦੀ ਵੀ ਨਹੀਂ। ਜੋ ਹਥਿਆਰ, ਘੋੜੇ ਅਤੇ ਸਰਕਾਰੀ ਸਾਜੋ ਸਮਾਨ ਹੱਥ ਆਇਆ ਲੈ ਕੇ ਹਰਨ ਹੋ ਗਏ। ਜੋ ਕਾਬੂ ਆ ਗਏ ਸਭ ਕਤਲ ਕਰ ਦਿੱਤੇ ਗਏ। ਜਾਰਜ ਫੋਰੈਸਟਰ ਆਪਣੇ ਸਫ਼ਰਨਾਮੇ ਦੇ ਪੰਨੇ 312-13 ਤੇ ਲਿਖਦਾ ਹੈ, ਸਿੱਖਾਂ ਨੂੰ ਮਾਰ ਮੁਕਾਉਣ ਲਈ ਸਰਕਾਰੀ ਮਸ਼ੀਨਰੀ ਇਸ ਤਰ੍ਹਾਂ ਹੱਥ ਧੋ ਕੇ ਉਹਨਾਂ ਦੇ ਮਗਰ ਪੈ ਗਈ ਕਿ ਪੰਜਾਬ ਵਿੱਚ ਸਿੱਖ ਕਿਧਰੇ ਨਜ਼ਰ ਨਾ ਆਉਂਦੇ। ਜਿਨ੍ਹਾਂ ਨੂੰ ਜਾਨ ਨਾਲੋਂ ਧਰਮ ਪਿਆਰਾ ਸੀ ਉਹ ਘਰ ਘਾਟ ਛੱਡ ਕੇ ਪਹਾੜਾਂ ਵਿੱਚ ਜਾ ਵੜੇ। ਕਈ ਕੇਸ ਕਟਾ ਅਤੇ ਬਾਹਰੀ ਚਿੰਨ੍ਹ ਤਿਆਗ ਕੇ ਦਿਨ ਕਟੀ ਕਰਨ ਲੱਗੇ। ਇਹ ਭੇਖੀ ਅਤੇ ਨਕਲੀ ਸਿੱਖ ਹੋ ਸਕਦੇ ਹਨ। ਬੰਦਾ ਸਿੰਘ ਨੇ ਜਦ ਮੁਗਲ ਰਾਜ ਦਾ ਪੰਜਾਬ ਦੇ ਵੱਡੇ ਹਿੱਸੇ ਵਿੱਚੋਂ ਖਾਤਮਾ ਕਰਕੇ ਲੋਕਾਂ ਦੇ ਭਲੇ ਵਾਲਾ ਰਾਜ ਪ੍ਰਬੰਧ ਕਾਇਮ ਕਰ ਦਿੱਤਾ। ਮੁਗਲਾਂ ਦਾ ਜਗੀਰਦਾਰੀ ਢਾਂਚਾ ਖਤਮ ਕਰਕੇ ਜ਼ਮੀਨ ਹਲ ਵਾਹਕਾਂ ਨੂੰ ਦੇ ਕੇ ਪੱਕੇ ਮਾਲਕ ਬਣਾ ਦਿੱਤਾ। ਜਜੀਆ ਇੱਕ ਸਿਰਿਓਂ ਖਤਮ ਕਰ ਦਿੱਤਾ। ਲੋਕਾਂ ਤੋਂ ਸਾਰੀਆਂ ਹੀ ਛੱਟਾਂ ਲਾਹ ਦਿੱਤੀਆਂ ਤਾਂ ਬੰਦਾ ਸਿੰਘ ਦਾ ਨੇੜ ਹਾਸਲ ਕਰਨ ਲਈ ਅਨੇਕਾਂ ਮੌਕਾ ਪ੍ਰਸਤ ਸਿੱਖਾਂ ਦੇ ਜਾਰਾ ਚਿੰਨ੍ਹ ਰੱਖ ਕੇ ਸਿੱਖੀ ਭੇਸ ਵਿੱਚ ਹੋ ਗਏ। ਹਾਲਾਂਕਿ ਤਨੋਂ ਮਨੋਂ ਉਹ ਸਿੱਖ ਨਹੀਂ ਸਨ ਅਤੇ ਨਾ ਹੀ ਸਿੱਖੀ ਦਾ ਸਬਕ ਉਹਨਾਂ ਨੂੰ ਦ੍ਰਿੜ ਹੋਇਆ ਸੀ। ਇਹ ਲੋਕ ਸਨ ਜੋ ਵਕਤੀ ਤੌਰ ਤੇ ਲਾਭ ਲੈਣ ਲਈ ਜਥਾ ਰਾਜਾ ਤਥਾ ਪਰਜਾ ਵਾਲੀ ਕਹਾਵਤ ਅਨੁਸਾਰ ਜਾਰਾ ਸਿੱਖ ਸਰੂਪ ਧਾਰਨ ਕਰ ਬੈਠੇ ਸਨ। ਬੰਦਾ ਸਿੰਘ ਤੋਂ ਪਿੱਛੋਂ ਜਦ ਦਮਨ ਚੱਕਰ ਚੱਲਿਆ ਤਾਂ ਨਕਲੀ ਸਿੱਖ ਮੈਦਾਨੋਂ ਭੱਜ ਨਿਕਲੇ। ਜੇ ਸੱਚਮੁੱਚ ਦੇ ਸਿੱਖ ਹੁੰਦੇ ਤਾਂ ਸਿੱਖਾਂ ਵਾਲਾ ਹੱਠ ਅਤੇ ਸਿਰੜ ਹੁੰਦਾ। ਮਾੜੀ ਜਿਹੀ ਸਥਿਤੀ ਆਈ ਕਿ ਸਭ ਚਿੰਨ੍ਹ ਗਾਇਬ ਕਰਕੇ ਆਪਣੀ ਪਹਿਲੀ ਹਾਲਤ ਵਿੱਚ ਨਮੂਦਾਰ ਹੋ ਗਏ। ਫੋਰੈਸਟਰ ਸਾਹਿਬ ਨੂੰ ਟਪਲਾ ਲੱਗਾ ਹੈ। ਉਸ ਨੂੰ ਪੰਜਾਬ ਵਿੱਚ ਲੰਘਦੇ ਨੂੰ ਬਰੀਕੀ ਵਿੱਚ ਜਾ ਕੇ ਸੱਚਾਈ ਤੱਕ ਅਪੜਨ ਦਾ ਸਮਾਂ ਹੀ ਨਹੀਂ ਮਿਲਦਾ ਲੱਗਦਾ। ਲੰਘਦੇ ਲੰਘਦੇ ਜੋ ਸੁਣਿਆ ਲਿਖ ਦਿੱਤਾ। ਫਿਰ ਸਰਕਾਰ ਦੇ ਝੂਠੇ ਪ੍ਰੋਪੋਗੰਡੇ ਵੀ ਦਿਨ ਨੂੰ ਰਾਤ ਕਰਕੇ ਵਿਖਾ ਦਿੰਦੇ ਹਨ। ਦੂਜਾ ਮੁਸਲਮਾਨ ਜੋ ਬਹੁਤੇ ਕਰਕੇ ਸਰਕਾਰ ਦੇ ਪੱਖ ਵਿੱਚ ਸਨ। ਸਿਰਫ ਇਸ ਕਰਕੇ ਹੀ ਸਰਕਾਰ ਮੁਸਲਮਾਨਾਂ ਦੀ ਹੈ। ਸਿੱਖਾਂ ਨਾਲ ਖੁਸ਼ ਨਹੀਂ ਸਨ ਕਿਉਂਕਿ ਸਿੱਖਾਂ ਹੱਥੋਂ ਬਹੁਤੇ ਮਾਰ ਖਾ ਚੁੱਕੇ ਸਨ। ਆਪਣੀ ਫੋਕੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਟਾਰਾਂ ਮਾਰਦੇ ਹੋਣਗੇ ਕਿ ਸਿੱਖ ਮਾਰੀ ਦੇ ਸਿੱਖੀ ਤਿਆਗ ਗਏ ਹਨ ਅਤੇ ਇਸ ਗੱਲ ਨੂੰ ਥੜਿਆਂ ਖੁੰਡਾਂ ਸੱਥਾਂ ਵਿੱਚ ਮਜ਼ੇ ਲੈ ਲੈ ਕੇ ਉਛਾਲਦੇ ਹੋਣਗੇ। ਲੰਘਦੇ ਫੋਰੈਸਟਰ ਨੇ ਸੁਣਿਆ ਅਤੇ ਉਹ ਹੀ ਆਪਣੇ ਸਫ਼ਰਨਾਮੇ ਵਿੱਚ ਅੰਕਿਤ ਕਰ ਦਿੱਤਾ। ਉਸ ਦੌਰ ਦੀ ਸਭ ਤੋਂ ਗਰਮ ਖਬਰ ਜਾਂ ਗੱਲ ਕਥ ਸਿੱਖਾਂ ਬਾਰੇ ਹੀ ਹੋ ਸਕਦੀ ਸੀ। ਡਾਕਟਰ ਹਰੀ ਰਾਮ ਗੁਪਤਾ ਸਿੱਖਾਂ ਦੀ ਸਥਿਤੀ ਇਸ ਤਰ੍ਹਾਂ ਬਿਆਨ ਕਰਦਾ ਹੈ, ਸਿੱਖਾਂ ਉੱਤੇ ਬੜਾ ਔਖ ਦਾ ਸਮਾਂ ਸੀ। ਸਿੱਖ ਹਰ ਵਕਤ ਮੌਤ ਦੇ ਪਰਛਾਵੇਂ ਥੱਲੇ ਜਿਉਂ ਰਹੇ ਸਨ। ਸਰਕਾਰ ਦੀ ਪੁਲਿਸ ਅਤੇ ਫੌਜ ਤਸਵੀ ਮੁਸਲਮਾਨ ਜਨਤਾ ਅਤੇ ਬੁਜ਼ਦਿਲ, ਲਾਲਚੀ ਅਤੇ ਟੋਡੀ ਹਿੰਦੂ ਵੀ ਨਾਲ ਇਕਜੁੱਟ ਹੋ ਕੇ ਸਿੱਖਾਂ ਦਾ ਜੰਗਲੀ ਜਾਨਵਰਾਂ ਵਾਂਗ ਨਿੱਤ ਦਿਹਾੜੇ ਸ਼ਿਕਾਰ ਖੇਡਦੇ ਫਿਰਦੇ ਸਨ। ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਖੱਡਾਂ, ਮਾਲਵੇ ਦਾ ਮਾਰੂਥਲ ਅਤੇ ਲੱਖੀ ਜੰਗਲ ਸਿੱਖਾਂ ਦੇ ਘਰ ਸਨ। ਸਾਗ ਪਾਤ, ਕੰਦਮੂਲ ਅਤੇ ਜੰਗਲੀ ਫਲ ਅਤੇ ਕੜਾਕਿਆਂ ਦੇ ਚੂਰਨ ਦੇ ਖੁੱਲ੍ਹੇ ਗੱਫੇ ਦਿਨ ਕਟੀ ਲਈ ਕਾਫੀ ਸਨ। ਸਭ ਤੋਂ ਵੱਡਾ ਕੁਦਰਤ ਮਾਂ ਦੀ ਗੋਦ ਦਾ ਨਿੱਘ ਸੀ।
ਹਾੜ ਸਿਆਲ ਧਰਤੀ ਮਾਤਾ ਦੀ ਖੁੱਲੀ ਬੁੱਕਲ ਵਿੱਚ ਦਰਾਜ ਬਿਸਤਰੇ, ਰਾਤ ਨੂੰ ਚੰਦ ਤਾਰਿਆਂ ਨਾਲ ਸਾਂਝ, ਹਰ ਵਕਤ ਹਥਿਆਰ ਸਰੀਰ ਨਾਲ ਲਾਈ ਕਿਸੇ ਆਉਣੀ ਵਾਲੀ ਹੋਣੀ ਦੀ ਉਡੀਕ ਵਿੱਚ, ਪੂਰੇ ਸ਼ਾਂਤ ਚਿੱਤ ਅਤੇ ਹਰ ਵੇਲੇ ਚੜ੍ਹਦੀ ਕਲਾ ਵਿੱਚ। ਹਾੜ ਦੀ ਗਰਮੀ ਅਤੇ ਸਿਆਲ ਦੀ ਠੰਡ ਉਹਨਾਂ ਨੂੰ ਪਾਣ ਲਾ ਕੇ ਸੁੱਚਾ ਫੌਲਾਦ ਬਣਾਉਂਦੀ ਸੀ। ਮੀਂਹ ਦੀ ਬੁਛਾੜ, ਬੱਦਲਾਂ ਦੀ ਘਣਾ ਘੋਰ ਗਰਜ, ਬਿਜਲੀ ਦੀ ਕੜਕ, ਗੜਿਆਂ ਦੀ ਤੜਕ ਤੜਕ ਅਤੇ ਤੂਫਾਨਾਂ ਦੀ ਸ਼ੂਕ ਉਹਨਾਂ ਲਈ ਲੋਰੀਆਂ ਅਤੇ ਉਹਨਾਂ ਲਈ ਸੰਗੀਤ ਸਨ। ਥੁੜ ਅਤੇ ਮੁਸੀਬਤਾਂ ਖਾਲਸਾ ਜੀ ਦੀਆਂ ਖਿਡਾਵੀਆਂ ਸਨ। ਇਸ ਹਾਲਤ ਵਿੱਚ ਸੀ ਉਸ ਦਾ ਗੂੜਾ ਮਿੱਤਰ, ਰਣਤੱਤੇ ਦਾ ਹੰਢਿਆ ਅਤੇ ਸਦਾ ਸਾਥ ਦੇਣ ਵਾਲਾ, ਉਸ ਦਾ ਇਰਾਕਾ, ਅਣਥੱਕ ਇਰਾਕਾ। ਸਿੰਘ ਆਪਣੇ ਘੋੜੇ ਨੂੰ ਪਿਆਰ ਸਤਿਕਾਰ ਵਡਿਆਈ ਵਜੋਂ ਆਪਣੇ ਗੜਗੱਜ ਬੋਲਿਆਂ ਵਿੱਚ ਇਰਾਕਾ ਜਾਂ ਇਰਾਕੀ ਕਹਿੰਦੇ ਸਨ। ਇਰਾਕ ਦੇਸ਼ ਦੇ ਘੋੜਿਆਂ ਦੀ ਨਸਲ ਦੁਨੀਆ ਵਿੱਚ ਸਭ ਤੋਂ ਉੱਤਮ ਅਤੇ ਤਾਕਤਵਰ ਮੰਨੀ ਜਾਂਦੀ ਹੈ ਅਤੇ ਬੜੇ ਕੀਮਤੀ ਹੁੰਦੇ ਸਨ। ਹਾਂ, ਸਿੱਖਾਂ ਪਾਸ ਇੰਨੀ ਮਾਇਆ ਕਿੱਥੋਂ ਕਿ ਇਰਾਕ ਵਿੱਚੋਂ ਖਰੀਦ ਲਿਆਉਣ ਜਾਂ ਹਿੰਦੁਸਤਾਨ ਵਿੱਚ ਪਹੁੰਚ ਚੁੱਕੇ ਖਰੀਦ ਲੈਣ। ਇਹ ਸਭ ਪੁਲਿਸ, ਫੌਜ ਅਤੇ ਸੌਦਾਗਰਾਂ ਜੋ ਸ਼ਾਹੀ ਤਬੇਲਿਆਂ ਲਈ ਲੈ ਕੇ ਆਉਂਦੇ ਸਨ, ਪਾਸੋਂ ਮੌਕਾ ਪਾ ਕੇ ਬਾਜ਼ ਵਾਂਗ ਝਪਟ ਲੈਂਦੇ ਸਨ। ਇਸੇ ਤਰ੍ਹਾਂ ਹਥਿਆਰ ਵੀ। ਜੇ ਕਿਸੇ ਸਿੰਘ ਪਾਸ ਕਿਸੇ ਹੋਰ ਨਸਲ ਦਾ ਘੋੜਾ ਹੁੰਦਾ, ਭਾਵੇਂ ਬਿਲਕੁਲ ਕਮਜ਼ੋਰ ਹੀ ਹੋਵੇ, ਵੱਜਦਾ ਉਹ ਵੀ ਇਰਾਕਾ ਹੀ। ਇਹਨਾਂ ਲੋਕਾਂ ਨੇ ਕਿਸੇ ਵੀ ਢਹਿੰਦੀ ਕਲਾ ਵਾਲੀ ਗੱਲ ਨਾਲ ਨਾਤਾ ਨਹੀਂ ਰੱਖਿਆ। ਹਮੇਸ਼ਾ ਚੜ੍ਹਦੀ ਕਲਾ ਅਤੇ ਨਿਸ਼ਾਨਾ ਫਤਿਹ। ਮੌਤ ਜਿਸ ਤੋਂ ਬਾਕੀ 84 ਡਰਦੀ ਹੈ, ਸਿੰਘਾਂ ਲਈ ਤੁਛ ਹੈ। ਕਿਸੇ ਦੇ ਅਕਾਲ ਚਲਾਣੇ ਦੇ ਕਹਿਣਗੇ, ਫਲਾਨਾ ਸਿੰਘ ਚੜ੍ਹਾਈ ਕਰ ਗਿਆ ਹੈ ਜਾਂ ਫਤਿਹ ਗਜਾ ਗਿਆ ਹੈ। ਸਿੰਘਾਂ ਤੇ ਹਕੂਮਤੀ ਜ਼ਬਰ ਦੀ ਅੱਤ, ਮੁਸੀਬਤਾਂ, ਮੁਸ਼ਕਲਾਂ, ਥੁੜਾਂ ਅਤੇ ਸਿਰ ਉੱਤੇ ਹਰ ਸਮੇਂ ਮੌਤ ਦਾ ਪਰਛਾਵਾਂ ਅਤੇ ਜੰਗਲਾਂ, ਬੇਲਿਆਂ, ਛੰਬਾਂ ਅਤੇ ਪਹਾੜਾਂ ਦੀਆਂ ਖੱਡਾਂ ਦੀ ਰਿਹਾਇਸ਼ ਨੇ ਆਪਣੀ ਖੁਸ਼ਹਾਲੀ ਵਿੱਚ ਢਾਲ ਅਤੇ ਉੱਥੋਂ ਅੱਗਾਂ ਦੇ ਦੇ ਕੇ ਸਿੰਘਾਂ ਨੂੰ ਕੁੰਦਨ ਬਣਾ ਦਿੱਤਾ। ਮੁਸੀਬਤਾਂ ਅਤੇ ਔਕੜਾਂ ਸਮੇਂ ਹੀ ਇਸ਼ਨਾਨ ਅਤੇ ਫਿਰ ਕੌਮਾਂ ਦੇ ਜੌਹਰ ਨਿਖਰਦੇ ਹਨ। ਜਿੰਨੀ ਸਖਤਾਈ ਅਤੇ ਕਸ਼ਟ ਕੋਈ ਝੱਲੇਗਾ, ਓਨਾ ਹੀ ਸਰੀਰਕ ਅਤੇ ਮਾਨਸਿਕ ਤੌਰ ਤੇ ਉਹ ਚਟਾਨ ਵਰਗਾ ਮਜ਼ਬੂਤ ਬਣਦਾ ਜਾਵੇਗਾ। ਸਖਤ ਹਾਲਾਤ ਵਿੱਚ ਦੀ ਲੰਘਣ ਵਾਲਾ ਮਜ਼ਬੂਤ ਅਤੇ ਬਹਾਦਰ ਬਣਦਾ ਹੈ। ਮਜ਼ਬੂਤ ਹੋ ਕੇ ਫਿਰ ਮਹਾਨ ਅਤੇ ਉੱਤਮ ਬਣਦਾ ਹੈ। ਮੁਸੀਬਤਾਂ ਦੀਆਂ ਕਾਲੀਆਂ ਬੋਲੀਆਂ ਰਾਤਾਂ ਵਿੱਚ ਵੀ ਉਹ ਆਪਣਾ ਰਾਹ ਉਜਾਗਰ ਕਰਕੇ ਅਗਾਂਹ ਮੰਜ਼ਿਲ ਵੱਲ ਵੱਧਦਾ ਹੈ। ਜ਼ਿੰਦਗੀ ਅਮੁੱਕ ਜੱਦੋ ਜਹਿਦ ਦੀ ਲੜੀ ਬਣ ਜਾਂਦੀ ਹੈ, ਜਿਸ ਵਿੱਚ ਬੜੇ ਬੜੇ ਕਾਰਨਾਮੇ ਵਜੂਦ ਵਿੱਚ ਆਉਂਦੇ ਹਨ। ਪੈਰ ਪੈਰ ਤੇ ਬੇਮਿਸਾਲ ਬਹਾਦਰੀ ਆਪਣੇ ਚਮਤਕਾਰ ਵਿਖਾਉਂਦੀ ਹੈ, ਜੋ ਕਾਗਜ਼ ਤੇ ਤਾਂ ਭਾਵੇਂ ਨਾ ਹੋਵੇ, ਪਰ ਸੀਨਿਆਂ ਵਿੱਚ ਰੂਹ ਦੀ ਪੱਟੀ ਤੇ ਅੰਕਿਤ ਹੋ ਜਾਂਦੀ ਹੈ। ਬਹਾਦਰੀ, ਨਿਸ਼ਚਾ, ਦ੍ਰਿੜਤਾ, ਹਠ, ਤਿਆਗ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਸਪਿਰਿਟ, ਇਹ ਸਾਰੇ ਗੁਣ ਨਿੱਕਿਆਂ ਨਿੱਕਿਆਂ ਬੁੱਲਿਆਂ ਦੀ ਸ਼ਕਲ ਤੋਂ ਉੱਠ ਕੇ ਤੂਫਾਨਾਂ ਦਾ ਰੂਪ ਧਾਰਨ ਕਰ ਲੈਂਦੇ ਹਨ, ਜੋ ਰਸਤੇ ਵਿੱਚ ਖੜੀਆਂ ਹੋਣ ਵਾਲੀਆਂ ਭਿਆਨਕ ਔਕੜਾਂ ਦੇ ਝਾੜ ਬੂਟ ਅਤੇ ਵੱਡੇ ਵੱਡੇ ਰੁੱਖ ਜੜੋਂ ਪੁੱਟ ਕੇ ਪਾਸੇ ਵਗਾਹ ਮਾਰਦਾ ਹੈ। ਮੁਸੀਬਤਾਂ ਅਤੇ ਕਸ਼ਟ ਹੀ ਹੀਰੋ ਪੈਦਾ ਕਰਦੇ ਹਨ। ਜਦ ਘਰ ਘਾਟ ਤਿਆਗ, ਹੱਥਾਂ ਵਿੱਚ ਤੇਗਾਂ ਲੈ ਸਿੰਘ ਜੰਗਲਾਂ ਵਿੱਚ ਜਾ ਨਿਕਲੇ, ਤਾਂ ਕੁਦਰਤ ਨੇ ਆਪਣੀ ਰਹਿਮਤ ਦੇ ਦਰਵਾਜ਼ੇ ਉਹਨਾਂ ਵਾਸਤੇ ਖੋਲ੍ਹ ਦਿੱਤੇ। ਧਰਤੀ ਦੇ ਮੈਦਾਨ ਦੇ ਖੁੱਲ੍ਹੇ ਖਿਲਾਰ, ਜੰਗਲ, ਪਹਾੜ, ਦਰਿਆ ਜੋ ਕੁਦਰਤ ਦੇ ਸ਼ੋਅ ਪੀਸ ਹਨ, ਅਥਾਹ ਆਕਾਸ਼, ਰਾਤਾਂ ਦੇ ਸਾਥੀ ਤਾਰੇ ਜੋ ਉਹਨਾਂ ਦੀ ਹੋਣ ਵਾਲੀ ਆਖਰੀ ਜਿੱਤ ਦੇ ਇਸ਼ਾਰੇ ਕਰਦੇ ਸਨ, ਉਹਨਾਂ ਦੇ ਵਿਸ਼ਾਲ ਹਿਰਦਿਆਂ ਵਿੱਚ ਇੰਜ ਸਮਾ ਗਏ ਜਿਵੇਂ ਕੁਦਰਤ ਨੇ ਸਾਜਿਆ ਹੀ ਉਹਨਾਂ ਲਈ ਹੋਵੇ। ਪਹਾੜਾਂ ਚਟਾਨਾਂ ਨਾਲੋਂ ਵੱਧ ਪੱਕਾ ਅਤੇ ਅਟੱਲ ਅਹਿਲ ਨਿਸ਼ਚਾ, ਦਰਿਆਵਾਂ ਦੇ ਵਹਿਣ ਵਾਂਗ ਨਾ ਰੁਕਣ ਵਾਲਾ ਮਾਨਸਿਕ ਵੇਗ ਜੋ ਆਪਣੀ ਨਿਸ਼ਚਿਤ ਮੰਜ਼ਿਲ ਵੱਲ ਅਰੋਕ ਵੱਧਦਾ ਜਾਵੇ। ਆਕਾਸ਼ ਵਰਗੀ ਅਥਾਹ ਅਤੇ ਵਿਸ਼ਾਲ, ਪਰ ਸੂਰਜ, ਚੰਦ, ਤਾਰਿਆਂ ਵਰਗੀ ਨਿਖਰੀ ਸੋਚ ਕੁਦਰਤ ਨੇ ਇਹਨਾਂ ਬੇਘਰੇ ਸਿੰਘਾਂ ਦੀ ਝੋਲੀ ਪਾਈ। ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਕਿੱਡੇ ਬਲਵਾਨ ਅਤੇ ਮਹਾਨ ਹਨ। ਕਾਜ਼ੀ ਨੂਰ ਮੁਹੰਮਦ ਦੀ ਜ਼ੁਬਾਨੀ ਸਿੰਘਾਂ ਦਾ ਚਰਿੱਤਰ, ਸਤਿਗੁਰ ਦੀ ਰਹਿਮਤ ਸਦਕਾ ਉਹਨਾਂ ਨੂੰ ਪਹਿਲਾਂ ਹੀ ਨਿੱਘਰ, ਬਲਵਾਨ, ਵਿਸ਼ਾਲ ਅਤੇ ਸ਼ੁੱਧ ਸੋਚ ਪ੍ਰਦਾਨ ਹੋ ਚੁੱਕੀ ਸੀ।
ਇਹ ਉੱਚੀ ਮੱਤ ਹੀ ਉਹਨਾਂ ਦੀ ਸਭ ਤੋਂ ਵੱਡੀ ਅਤੇ ਕੀਮਤੀ ਕੁੰਜੀ ਸੀ। ਘਰ ਘਾਟ ਛੱਡ ਜਦ ਜੰਗਲਾਂ ਵਿੱਚ ਆਣ ਡੇਰੇ ਲਾਏ ਤਾਂ ਉਹਨਾਂ ਨੂੰ ਕੋਈ ਥੁੜ ਨਹੀਂ ਜਾਪੀ, ਸਗੋਂ ਅਟੁੱਟ ਵਿਸ਼ਵਾਸ ਕੀਤਾ ਕਿ ਕੁਦਰਤ ਨੇ ਆਪਣੇ ਸਾਰੇ ਖਜ਼ਾਨੇ ਉਹਨਾਂ ਹੱਥ ਦੇ ਦਿੱਤੇ ਹਨ। ਰੂਹ ਦੀ ਵਡਮੁੱਲੀ ਦੌਲਤ, ਆਨੰਦ ਦੀ ਬਖਸ਼ਿਸ਼ ਨਾਲ ਉਹ ਮਾਲਾ ਮਾਲ ਹੋ ਗਏ ਹਨ। ਜ਼ਿੰਦਗੀ ਦੀ ਕਠਿਨਾਈ ਅਤੇ ਰੋਜ਼ਾਨਾ ਦੀ ਨੱਠ ਭੱਜ ਨੇ ਉਹਨਾਂ ਨੂੰ ਬੜੀ ਵਧੀਆ ਸਿਹਤ ਦਿੱਤੀ ਅਤੇ ਜਿਸਮ ਬੜੇ ਮਜ਼ਬੂਤ ਅਤੇ ਫੌਲਾਦ ਵਰਗੇ ਸਖਤ ਬਣ ਗਏ। ਚੁਸਤ ਫੁਰਤ ਤੌਰ ਲਈ ਮਜ਼ਬੂਤ ਲੱਤਾਂ, ਹਰ ਹਰਕਤ ਹੀ ਤੇਜ਼ੀ ਵਾਲੀ। ਘੋੜੇ ਦੀ ਪਿੱਠ ਤੇ ਸੌਂ ਕੋਹ ਪੈਂਡਾ ਕਰਨਾ ਰੋਜ਼ ਦੀ ਖੇਡ ਸੀ। ਪੈਦਲ ਸਿੰਘ ਵੀ ਮਗਰੇ ਉਸੇ ਸ਼ਾਮ ਨੂੰ 100 ਕੋਹ ਨਿਬੇੜ ਕੇ ਸਾਥੀਆਂ ਨਾਲ ਆ ਮਿਲਦੇ। ਰਾਤ ਨੂੰ ਹੀ ਕੁਝ ਘੰਟੇ ਆਰਾਮ ਕਰਦੇ। ਅਗਲੇ ਦਿਨ ਫਿਰ ਉਹ ਹਾਲ। ਸਰੀਰ ਦੀ ਮਜ਼ਬੂਤੀ ਦਾ ਇਹ ਹਾਲ ਕਿ ਜੋ ਕੋਈ ਸਿੰਘ ਵਲਾਇਤੀ ਘੋੜੇ ਨੂੰ ਲੱਤ ਮਾਰੇ ਤਾਂ ਥਾਂ ਤੇ ਹੀ ਮਾਰ ਦੇਵੇ। 1768 ਈਸਵੀ ਵਿੱਚ ਜਦ ਕਾਜ਼ੀ ਨੂਰ ਮੁਹੰਮਦ ਨੇ ਵੇਖਿਆ ਸੀ ਤਾਂ ਉਹ ਇਹ ਤਾਕਤ ਤੱਕ ਕੇ ਦੰਗ ਰਹਿ ਗਿਆ ਸੀ। ਉਸ ਸਮੇਂ ਉਹ ਕਲਾਤ ਦੇ ਨਵਾਬ ਨਸੀਰ ਖਾਂ ਨਾਲ ਸੀ। ਜਦ ਨਸੀਰ ਖਾਂ ਸਿੱਖਾਂ ਨੂੰ ਧਰਤੀ ਤੋਂ ਮਿਟਾ ਦੇਣ ਦਾ ਤਹੱਈਆ ਕਰਕੇ ਚੜ੍ਹ ਕੇ ਆਏ, ਅਹਿਮਦ ਸ਼ਾਹ ਦੁਰਾਨੀ ਦਾ ਇਮਦਾਦੀ ਬਣ ਕੇ ਆਇਆ ਸੀ। ਕਾਜ਼ੀ ਨੂਰ ਮੁਹੰਮਦ ਫਾਰਸੀ ਦਾ ਸ਼ਾਇਰ ਵੀ ਸੀ। ਕਲਾਤੀਆ ਨਸੀਰ ਖਾਂ ਇਸੇ ਲਈ ਉਸ ਨੂੰ ਨਾਲ ਲਿਆਇਆ ਸੀ ਕਿ ਸਿੱਖਾਂ ਵਿਰੁੱਧ ਉਸ ਨੂੰ ਲੜਦੇ ਅਤੇ ਉਸ ਦੀ ਬਹਾਦਰੀ ਦੇ ਜੌਹਰ ਵੇਖ ਕੇ ਕਾਜ਼ੀ ਉਸ ਦਾ ਜੰਗਨਾਮਾ ਲਿਖੇ। ਨੂਰ ਮੁਹੰਮਦ ਸਿੱਖਾਂ ਪ੍ਰਤੀ ਬੜਾ ਤੁਅੱਸਬ ਅਤੇ ਨਫ਼ਰਤ ਰੱਖਦਾ ਸੀ। ਤੁਅੱਸਬ ਵਿੱਚ ਅੰਨਾ ਹੋ ਕੇ ਉਹ ਸਿੱਖਾਂ ਨੂੰ ਬੇਵਜ੍ਹਾ ਗਾਲੀ ਦਿੰਦਾ ਥੱਕਦਾ ਨਹੀਂ। ਬੜੀ ਘਟੀਆ ਅਤੇ ਬੇਹੁਦਾ ਸ਼ਬਦਾਵਲੀ ਵਰਤੀ ਹੈ ਉਸਨੇ ਸਿੱਖਾਂ ਬਾਰੇ। ਸੱਗ, ਰੂਸਿਆਰ, ਖੂਕਖੋਰ, ਖਣਜੀਰਖੋਰ, ਬਦ ਸ਼ਰੀਸ਼ਤ, ਬਦਗੜ, ਜਿਸ਼ਤਰੂ, ਕਾਫਰ, ਨਸ਼ਦ, ਪਲੀਦ ਆਦਿ ਕੋਝੇ ਸ਼ਬਦ ਵਰਤਦਿਆਂ ਹੋਇਆਂ ਕਿਤਿਓਂ ਦਾ ਕਿਤੇ ਚਲਾ ਜਾਂਦਾ ਹੈ। ਕਲਾਤ ਪੰਜਾਬੋਂ ਕੋਈ ਬਹੁਤੀ ਦੂਰ ਨਹੀਂ। ਸਖਰ ਜੋ ਦਰਿਆ ਸਿੰਧ ਦੇ ਖੱਬੇ ਕੰਢੇ ਉੱਤੇ ਨਾਲ ਸਥਿਤ ਹੈ ਤੋਂ ਕਲਾਤ ਪਹਾੜ ਉੱਤਰ ਲਹਿੰਦੇ ਵਿੱਚ 30 ਡਿਗਰੀ ਅਤੇ 270 ਕਿਲੋਮੀਟਰ ਦੀ ਦੂਰੀ ਤੇ, ਕੋਇਟੇ ਤੋਂ 18 ਡਿਗਰੀ ਦੱਖਣ ਪੱਛਮ 130 ਕਿਲੋਮੀਟਰ ਦੇ ਫਾਸਲੇ ਉੱਤੇ ਬਲੋਚਿਸਤਾਨ ਵਿੱਚ ਵਾਕਿਆ ਹੈ। ਉਸ ਵੇਲੇ ਦੀ ਆਵਾਜਾਈ ਦੇ ਹਿਸਾਬ ਅਤੇ ਲੋਕਾਂ ਦੇ ਇੱਕ ਦੂਜੇ ਬਾਰੇ ਜਾਣੂ ਹੋਣਾ ਅੱਜ ਵਾਂਗ ਹੀ ਸੀ। ਤੁਰਕੀ, ਈਰਾਨ, ਅਰਬ, ਬਲੋਚਿਸਤਾਨ, ਅਫਗਾਨਿਸਤਾਨ ਅਤੇ ਹਿੰਦੁਸਤਾਨ ਵਿੱਚ ਵਪਾਰ ਰਾਹੀਂ ਡਾਢਾ ਸੋਹਣਾ ਰਾਬਤਾ ਕਾਇਮ ਸੀ। ਇਹ ਸਪਸ਼ਟ ਹੈ ਕਿ ਅਫਗਾਨਿਸਤਾਨ ਔਰੰਗਜ਼ੇਬ ਤੋਂ ਪਿੱਛੋਂ ਮੁਹੰਮਦ ਸ਼ਾਹ ਰੰਗੀਲੇ ਤੱਕ ਕਿਸੇ ਨਾ ਕਿਸੇ ਸ਼ਕਲ ਵਿੱਚ ਹਿੰਦੁਸਤਾਨ ਦੇ ਅਧੀਨ ਰਿਹਾ ਹੈ। ਇੱਕ ਪਾਸੇ ਦਿੱਲੀਓਂ ਚੱਲ ਬਹਾਵਲਪੁਰ, ਸਿੰਬੀ, ਕੋਇਟਾ ਅਤੇ ਬੁਲਾਨ ਦर्रे ਥਾਣੀ ਹੋ ਕਾਫਲੇ ਕੰਧਾਰ ਅਤੇ ਫਿਰ ਇਸ ਤੋਂ ਅੱਗੇ ਹਿਰਾਤ ਅਤੇ ਮਸ਼ਹਦ ਵੱਲ ਨੂੰ ਦਿਨ ਰਾਤ ਚੱਲਦੇ ਰਹਿੰਦੇ ਸਨ। ਕਾਫਲੇ ਹਰ ਪ੍ਰਕਾਰ ਦੀਆਂ ਖਬਰਾਂ ਦਾ ਵੀ ਸਾਧਨ ਹੁੰਦੇ ਸਨ। ਵੱਖ-ਵੱਖ ਖਿੱਤਿਆਂ ਦੇ ਲੋਕਾਂ ਦਾ ਮੇਲ-ਜੋਲ, ਸੱਭਿਆਚਾਰਕ ਖਲਤ ਮਲਤ ਅਤੇ ਰਸਮੋ ਰਿਵਾਜ ਦੇ ਸੰਚਾਰ ਵਿੱਚ ਇਹਨਾਂ ਰਾਹਾਂ ਤੇ ਕਾਫਲਿਆਂ ਦਾ ਬੜਾ ਵੱਡਾ ਯੋਗਦਾਨ ਸੀ ਅਤੇ ਇਹ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਾਜ਼ੀ ਸਾਹਿਬ ਨੂੰ ਸਿੱਖਾਂ ਬਾਰੇ ਸਭ ਕੁਝ ਜ਼ਰੂਰ ਪਤਾ ਹੋਵੇਗਾ। ਕਾਬਲ ਜਾਂ ਕੰਧਾਰੋਂ ਚੱਲ ਕੇ ਦਿੱਲੀ ਜਾਣ ਲੱਗਿਆਂ ਉਹਨਾਂ ਜੂਹਾਂ ਵਿੱਚ ਦੀ ਲੰਘਣਾ ਪੈਂਦਾ ਸੀ ਜਿਨ੍ਹਾਂ ਵਿੱਚ ਸਿੰਘ ਬੁਕਦੇ ਸਨ ਅਤੇ ਸਾਂਝ ਸਵੇਰ ਜਕਾਰੇ ਗੂੰਜਦੇ ਸੁਣਾਈ ਦਿੰਦੇ ਸਨ। ਲਾਲਚ ਦੇ ਤੁਅੱਸਬ ਵਸ ਕਾਜ਼ੀ ਜੀ ਸਿੱਖਾਂ ਵਿਰੁੱਧ ਗਾਲੀਆਂ ਦਾ ਤੂਫਾਨ ਖੜਾ ਕਰ ਦਿੰਦੇ ਸਨ। ਸਿਰਫ ਜਦ ਤੱਕ ਸਿੱਖਾਂ ਨਾਲ ਵਾਹ ਨਹੀਂ ਪਿਆ ਅਤੇ ਉਹਨਾਂ ਦੇ ਜੌਹਰ ਅੱਖੀਂ ਨਹੀਂ ਵੇਖ ਲਏ। ਅਹਿਮਦ ਸ਼ਾਹ ਦੁਰਾਨੀ ਜਿਸ ਦੇ ਸੰਗ ਹੋ ਕੇ ਕਾਜ਼ੀ ਜੀ ਦਾ ਆਕਾ ਏ ਨਾਮਦਾਰ ਨਸੀਰ ਖਾਨ ਲੜਦਾ ਹੈ, ਨਾਲ ਸਿੰਘਾਂ ਦੀਆਂ ਦਰਿਆ ਸਤਲੁਜ ਅਤੇ ਬਿਆਸ ਵਿਚਕਾਰ 7 ਲੜਾਈਆਂ ਹੋਈਆਂ ਹਨ। ਦੁਰਾਨੀ ਅਤੇ ਬਲੋਚਾਂ ਦਾ ਜਹਾਦਾਂ ਦਾ ਚਾਅ ਸਿੰਘਾਂ ਨੇ ਤੇਗਾਂ ਨੇਜਿਆਂ ਨਾਲ ਲਾ ਦਿੱਤਾ ਹੈ। ਅਹਿਮਦ ਸ਼ਾਹ ਦੀ ਦਿੱਲੀ ਅਪੜਨ ਦੀ ਖਾਹਿਸ਼ ਹਸਰਤ ਬਣ ਗਈ ਹੈ ਅਤੇ ਵਾਹੋ ਦਾਹੀ ਅਫਗਾਨਿਸਤਾਨ ਨੂੰ ਪਰਤ ਜਾਣਾ ਚਾਹੁੰਦਾ ਹੈ। ਕਾਜ਼ੀ ਨੂਰ ਮੁਹੰਮਦ ਦਾ ਤਸੱਬਬ ਖਾਲਸਾ ਜੀ ਦੀ ਬਹਾਦਰੀ ਅਤੇ ਨੈਤਿਕਤਾ ਅੱਗੇ ਕਾਫੂਰ ਹੋ ਗਿਆ ਹੈ। ਉਸ ਦੀ ਕਲਮ ਜੋ ਗਾਲੀ ਦਿੰਦੀ ਨਹੀਂ ਸੀ ਥੱਕਦੀ, ਹੁਣ ਸਿਫਤਾਂ ਸਲੋਹਤਾਂ ਕਰਦੀ ਨਹੀਂ ਅੱਕਦੀ।
ਸਿਫਤ ਉਹ ਹੁੰਦੀ ਹੈ ਜਿਸ ਨੂੰ ਦੁਸ਼ਮਣ ਵੀ ਮੰਨੇ ਅਤੇ ਆਪਣੀ ਜ਼ੁਬਾਨ ਨਾਲ ਜਾਂ ਲਿਖ ਕੇ ਖੁਦ ਕਰੇ। ਕਾਜੀ ਜੀ ਨੇ ਜਲਵੇ ਵੇਖ ਲਏ ਸਨ, ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਸਨ। ਬਲੋਚਾਂ ਅਤੇ ਅਫਗਾਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸਬਕ ਸਮਝਾਉਂਦਿਆਂ ਦੇਂਦੇ ਸਿੱਖਾਂ ਤੋਂ ਲੜਾਈ ਦੇ ਗੁਣ ਸਿੱਖਣ ਅਤੇ ਸਿੱਖਾਂ ਤੋਂ ਬਚ ਕੇ ਰਹਿਣ ਦੇ ਗੁਰ ਦੱਸਦੇ ਹੋਏ ਉਸੇ ਜ਼ਬਾਨ ਨਾਲ ਆਸ਼ਾਸ਼ ਕਰਦੇ ਹੋਏ ਕਹਿੰਦੇ ਹਨ। ਨੰਬਰ 1, ਸੰਗਾਂ ਨੂੰ ਸੰਗ ਨਾ ਕਹੋ, ਕਿਉਂਕਿ ਇਹ ਵਾਕਿਆ ਹੀ ਸ਼ੇਰ ਹਨ ਅਤੇ ਸੂਰਮ ਗਤੀ ਦੇ ਮੈਦਾਨ ਵਿੱਚ ਸ਼ੇਰਾਂ ਵਾਂਗੂ ਹੀ ਦਲੇਰ ਹਨ। ਨੰਬਰ 2, ਰਣ ਤੱਤੇ ਦਾ ਉਹ ਸੂਰਮਾ ਜੋ ਲੜਾਈ ਵਿੱਚ ਬੁੱਕੇ ਅਤੇ ਗੱਜੇ ਕਿਵੇਂ ਸੰਗ ਹੋ ਸਕਦਾ ਹੈ। ਨੰਬਰ 3, ਜੇ ਤੈਨੂੰ ਲੜਾਈ ਦਾ ਹੁਨਰ ਸਿੱਖਣ ਦੀ ਖਾਹਿਸ਼ ਹੈ ਤਾਂ ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਸਾਹਮਣੇ ਹੋ। ਨੰਬਰ 4, ਉਹ ਤੈਨੂੰ ਲੜਾਈ ਦੇ ਅਜਿਹੇ ਢੰਗ ਸਿਖਾਉਣਗੇ ਕਿ ਸਾਰੇ ਵਾਹ ਵਾਹ ਪਏ ਕਹਿਣਗੇ। ਨੰਬਰ 5, ਨੰਬਰ 6, ਹੇ ਤਲਵਾਰ ਧਾਰੀ ਸੂਰਮੇ, ਜੇ ਤੇਰੇ ਮਨ ਵਿੱਚ ਲੜਾਈ ਸਿੱਖਣ ਦੀ ਚਾਹ ਹੈ ਤਾਂ ਇਹਨਾਂ ਪਾਸੋਂ ਸਿੱਖ ਕਿ ਕਿਵੇਂ ਸੂਰਬੀਰਾਂ ਵਾਂਗ ਵੈਰੀ ਦੇ ਸਨਮੁਖ ਹੋਣਾ ਚਾਹੀਦਾ ਹੈ, ਆਪਣਾ ਕੰਮ ਕਰਕੇ ਅਤੇ ਲੜਾਈ ਵਿੱਚੋਂ ਕਿਵੇਂ ਆਪਣੇ ਆਪ ਨੂੰ ਵੈਰੀ ਤੋਂ ਸਾਫ਼ ਬਚਾ ਲਿਜਾਈਦਾ ਹੈ। ਨੰਬਰ 7, ਸਿੰਘ ਸ਼ਬਦ ਬਾਰੇ ਸਮਝ ਲੈ ਕਿ ਇਹ ਇਹਨਾਂ ਦਾ ਲਕਬ ਹੈ। ਇਹ ਨਿਆਂ ਤੋਂ ਦੂਰ ਦੀ ਗੱਲ ਹੈ, ਭਾਵ ਇਹ ਇਨਸਾਫ ਦੀ ਗੱਲ ਨਹੀਂ ਕਿ ਇਸ ਸ਼ਬਦ ਸਿੰਘ ਨੂੰ ਸੱਗ ਪੜਿਆ ਜਾਏ। ਨੰਬਰ 8, ਨੰਬਰ 9, ਐ ਗੱਭਰੂ, ਜੇ ਤੈਨੂੰ ਹਿੰਦੀ ਬੋਲੀ ਦੀ ਵਕਾਫੀ ਨਹੀਂ ਤਾਂ ਸੁਣ, ਸਿੰਘ ਦੇ ਅਰਥ ਸ਼ੇਰ ਹਨ। ਲੜਾਈ ਸਮੇਂ ਤਾਂ ਇਹ ਸੱਚਮੁੱਚ ਹੀ ਸ਼ੇਰ ਹੁੰਦੇ ਹਨ ਕਿ ਮੌਜ ਮੇਲੇ ਸਮੇਂ ਹਾਤਮ ਤੋਂ ਵੀ ਵੱਧ ਹਨ। ਨੰਬਰ 10, ਜਦ ਇਹ ਹੱਥ ਵਿੱਚ ਹਿੰਦੁਸਤਾਨ ਦੀ ਬਣੀ ਤੇਗ ਫੜ ਲੈਂਦੇ ਹਨ ਤਾਂ ਹਿੰਦ ਤੋਂ ਸਿੰਧ ਦੇਸ਼ ਤੱਕ ਮਾਰਦੇ ਲਿਤਾੜਦੇ ਚਲੇ ਜਾਂਦੇ ਹਨ। ਨੰਬਰ 11, ਕੋਈ ਆਦਮੀ ਇਹਨਾਂ ਦੇ ਸਾਹਮਣੇ ਅੜ ਨਹੀਂ ਸਕਦਾ, ਭਾਵੇਂ ਉਹ ਕਿੱਡਾ ਵੀ ਬਲਵਾਨ ਸੂਰਮਾ ਕਿਉਂ ਨਾ ਹੋਵੇ। ਨੰਬਰ 12, ਜਦ ਇਹ ਹੱਥਾਂ ਵਿੱਚ ਨੇਜੇ ਫੜ ਲੈਂਦੇ ਹਨ ਤਾਂ ਵੈਰੀ ਦੀ ਸੈਨਾ ਵਿੱਚ ਭਾਜਣਾ ਪਾ ਦਿੰਦੇ ਹਨ। ਨੰਬਰ 13, ਜਦ ਉਹ ਨੇਜੇ ਦਾ ਸਿਰਾ ਅਸਮਾਨ ਵੱਲ ਚੁੱਕਦੇ ਹਨ ਤਾਂ ਇਹ ਕਾਫ ਪਹਾੜ ਵੀ ਹੋਵੇ ਤਾਂ ਉਸਨੂੰ ਵੀ ਚੀਰ ਪਾੜ ਦਿੰਦੇ ਹਨ। ਨੰਬਰ 14, 15, ਜਦ ਇਹ ਤਾਸ਼ਕੰਦ ਦੀ ਬਣੀ ਮਜ਼ਬੂਤ ਕਮਾਨ ਤੇ ਚਿਲਾ ਚੜਾਉਂਦੇ ਹਨ ਅਤੇ ਵੈਰੀ ਦੀ ਜਾਨ ਕੱਢ ਲੈਣ ਵਾਲਾ ਤੀਰ ਉਸ ਵਿੱਚ ਜੋੜ ਲੈਂਦੇ ਹਨ ਅਤੇ ਜਦ ਉਹਨਾਂ ਦੀ ਕਮਾਨ ਦਾ ਚਿਲਾ ਖਿੱਚਿਆ ਹੋਇਆ ਤੀਰ ਰੱਖ ਕੇ ਖਿੱਚੀ ਹੋਈ ਤੰਦੀ ਕੰਨ ਤੱਕ ਪੁੱਜਦਾ ਹੈ ਤਾਂ ਵੈਰੀ ਦਾ ਸਰੀਰ ਕੰਬਣ ਲੱਗ ਪੈਂਦਾ ਹੈ। ਨੰਬਰ 16, ਜਦ ਇਹਨਾਂ ਦਾ ਸਫਾ ਜੰਗ ਟਕੂਆ ਜੰਗੀ ਕੁਹਾੜਾ ਜਰਾ ਬਖਤਰ ਸੰਜੋ ਚਿਲਤਾ ਉੱਤੇ ਵੱਜਦਾ ਹੈ ਤਾਂ ਵੈਰੀ ਦੇ ਸਰੀਰ ਦਾ ਜਰਾ ਬਰਕਤ ਹੀ ਉਸ ਦਾ ਖਫਣ ਬਣ ਜਾਂਦਾ ਹੈ। ਨੰਬਰ 17, ਸਰੀਰ ਪੱਖੋਂ ਇਹਨਾਂ ਚੋਂ ਹਰ ਇੱਕ ਪਹਾੜ ਦਾ ਇੱਕ ਟੁਕੜਾ ਹੈ। ਜਾਹੋ ਜਲਾਲ ਵਿੱਚ ਹਰ ਕੋਈ 50 ਆਦਮੀਆਂ ਤੋਂ ਵੀ ਵੱਧ ਹੈ। ਨੰਬਰ 18, 19, ਜਿਹੜਾ ਬਹਿਰਾਮ ਗੌਰ ਜੰਗਲੀ ਗਧਿਆਂ ਨੂੰ ਸ਼ਿਕਾਰ ਕਰਕੇ ਮਾਰ ਲੈਂਦਾ ਸੀ ਅਤੇ ਸ਼ੇਰਾਂ ਨੂੰ ਪੈ ਕੇ ਉਹਨਾਂ ਦੀਆਂ ਚੀਕਾਂ ਕਢਾ ਛੱਡਦਾ ਸੀ, ਜੇ ਉਹ ਬਹਿਰਾਮ ਗੌਰ ਕਿਤੇ ਇਹਨਾਂ ਦੇ ਸਾਹਮਣੇ ਹੋ ਜਾਏ ਤਾਂ ਉਹ ਵੀ ਇਹਨਾਂ ਦੇ ਮੂਹਰੇ ਸਿਰ ਝੁਕਾ ਦੇਵੇਗਾ। ਨੰਬਰ 20, 21, ਇਹ ਹਥਿਆਰ ਛੱਡ ਕੇ ਲੜਾਈ ਵੇਲੇ ਜਦ ਬੰਦੂਕ ਹੱਥ ਵਿੱਚ ਫੜ ਲੈਂਦੇ ਹਨ ਤਾਂ ਸ਼ੇਰਾਂ ਵਾਂਗ ਬੁਕਦੇ ਨਾਰੇ ਮਾਰਦੇ ਛਾਲਾਂ ਮਾਰਦੇ ਮੈਦਾਨ ਵਿੱਚ ਆਣ ਨਿੱਤਰਦੇ ਹਨ। ਨੰਬਰ 22, ਕਈਆਂ ਦੀਆਂ ਛਾਤੀਆਂ ਪਾੜ ਦਿੰਦੇ ਹਨ ਅਤੇ ਅਨੇਕਾਂ ਦਾ ਖੂਨ ਮਿੱਟੀ ਵਿੱਚ ਮਿਲਾ ਦਿੰਦੇ ਹਨ। ਨੰਬਰ 23, ਤੂੰ ਇਉਂ ਕਹਿ ਇਹ ਬੰਦੂਕ ਪੁਰਾਣੇ ਸਮੇਂ ਵਿੱਚ ਇਹਨਾਂ ਸੰਗਾਂ ਦੀ ਕਾਢ ਕੱਢੀ ਹੋਈ ਹੈ, ਲੁਕਮਾਨ ਹਕੀਮ ਦੀ ਨਹੀਂ। ਨੰਬਰ 24, ਬੰਦੂਕਚੀ ਤਾਂ ਭਾਵੇਂ ਹੋਰ ਵੀ ਬਥੇਰੇ ਹਨ ਪਰ ਇਸ ਦੇ ਚਲਾਉਣ ਦਾ ਹੁਨਰ ਇਹਨਾਂ ਨਾਲੋਂ ਵੱਧ ਕੇ ਹੋਰ ਕੋਈ ਨਹੀਂ ਜਾਣਦਾ। ਨੰਬਰ 25, ਜੰਗ ਵਿੱਚ ਅੱਗੇ ਪਿੱਛੇ ਸੱਜੇ ਖੱਬੇ ਇਹ ਸੈਂਕੜੇ ਹੀ ਗੋਲੀਆਂ ਚਲਾਈ ਜਾਂਦੇ ਹਨ। ਨੰਬਰ 26, 27, ਜੇ ਤੈਨੂੰ ਮੇਰੀ ਇਸ ਗੱਲ ਤੇ ਯਕੀਨ ਨਾ ਆਵੇ ਤਾਂ ਤੇਗਾਂ ਵਾਹੁਣ ਵਾਲੇ ਸੂਰਬੀਰਾਂ ਤੋਂ ਪੁੱਛ ਲਵੋ, ਉਹ ਮੇਰੇ ਇਸ ਕਹੇ ਤੋਂ ਵੀ ਵੱਧ ਦੱਸਣਗੇ ਅਤੇ ਇਹਨਾਂ ਦੀ ਲੜਾਈ ਨੂੰ ਆਫਰੀਨ ਕਹਿਣਗੇ।
ਨੰਬਰ 28 ਮੇਰੀ ਇਸ ਗੱਲ ਦੇ ਗਵਾਹ ਉਹ 30,000 ਬਹਾਦਰ ਜੰਗਜੂ ਹਨ ਜੋ ਇਹਨਾਂ ਸਾਹਮਣੇ ਹੋ ਕੇ ਮੈਦਾਨੇ ਜੰਗ ਵਿੱਚ ਲੜਦੇ ਹਨ। ਨੰਬਰ 29 ਜੇ ਇਹਨਾਂ ਦੀਆਂ ਫੌਜਾਂ ਵਿੱਚ ਭਗਦੜ ਮਚ ਜਾਵੇ ਤਾਂ ਐ ਵੀਰ ਬਹਾਦਰ ਇਸ ਨੂੰ ਭਗਦੜ ਨਾ ਸਮਝੀ। ਨੰਬਰ 30 ਕਿਉਂਕਿ ਲੜਾਈ ਸਮੇਂ ਇਹ ਵੀ ਇਹਨਾਂ ਦਾ ਇੱਕ ਢੰਗ ਹੈ, ਇਹਨਾਂ ਦੇ ਇਸ ਜਾਲ ਫਰੇਬ ਤੋਂ ਬਚੋ, ਦੁਬਾਰਾ ਬਚੋ। ਨੰਬਰ 31-32 ਇਹਨਾਂ ਦਾ ਦਾਉ ਇਸ ਲਈ ਵੀ ਭਰਦਾ ਹੈ ਕਿ ਵੈਰੀ ਹਾਵੀ ਹੋ ਕੇ ਗੁੱਸੇ ਵਿੱਚ ਬਿਫਰਿਆ ਹੋਇਆ ਇਹਨਾਂ ਦੇ ਪਿੱਛੇ ਦੌੜ ਕੇ ਲੱਗ ਤੁਰਦਾ ਹੈ ਅਤੇ ਆਪਣੇ ਲਸ਼ਕਰ ਦੀ ਸਹਾਇਤਾ ਤੋਂ ਦੂਰ ਨਿਕਲ ਜਾਂਦਾ ਹੈ। ਨੰਬਰ 33 ਤਾਂ ਫਿਰ ਇਹ ਪਿੱਛੇ ਨੂੰ ਮੂੰਹ ਕਰਕੇ ਮੁੜ ਪੈਂਦੇ ਹਨ ਅਤੇ ਜੇ ਮੂਹਰੇ ਫਿਰ ਪਾਣੀ ਵੀ ਹੋਵੇ ਤਾਂ ਉਸ ਨੂੰ ਵੀ ਅੱਗ ਲਾ ਦਿੰਦੇ ਹਨ। ਨੰਬਰ 34 ਉਹਨਾਂ ਦੇ ਲੜਾਈ ਦੇ ਹੁਨਰ ਤੋਂ ਬਿਨਾਂ ਇੱਕ ਹੋਰ ਗੱਲ ਸੁਣ ਜਿਸ ਕਰਕੇ ਇਹ ਹੋਰਨਾਂ ਸਭ ਸੂਰਬੀਰਾਂ ਨਾਲੋਂ ਅੱਗੇ ਹਨ, ਵੱਧ ਚੜ੍ਹ ਕੇ ਹਨ। ਨੰਬਰ 35 ਇਹ ਕਿਸੇ ਵੀ ਨਾਮਰਦ ਜੋ ਲੜਾਈ ਵਿੱਚ ਹਥਿਆਰ ਸੁੱਟ ਕੇ ਪਾਸੇ ਹੋ ਜਾਵੇ ਨੂੰ ਨਹੀਂ ਮਾਰਦੇ ਅਤੇ ਨਾ ਹੀ ਰਣ ਵਿੱਚੋਂ ਭੱਜ ਕੇ ਨਿਕਲੇ ਪਿੱਛੇ ਪੈ ਕੇ ਉਸ ਨੂੰ ਰੋਕਣ ਹੀ ਜਾਂਦੇ ਹਨ। ਨੰਬਰ 36 ਲੁੱਟ ਮਾਰ ਵੇਲੇ ਉਹ ਕਿਸੇ ਔਰਤ ਦਾ ਮਾਲ ਧਨ ਜਾਂ ਗਹਿਣਾ ਨਹੀਂ ਖੋਹਦੇ, ਭਾਵੇਂ ਉਹ ਸਵਾਣੀ ਹੋਵੇ ਭਾਵੇਂ ਗੋਲੀ ਦਾਸੀ। ਨੰਬਰ 37 ਇਹ ਸੱਗਾਂ ਵਿੱਚ ਵਿਵਚਾਰ ਵੀ ਨਹੀਂ ਹੈ ਅਤੇ ਨਾ ਹੀ ਇਹਨਾਂ ਭੈੜੀਆਂ ਰਗਾਂ ਵਾਲਿਆਂ ਨੂੰ ਚੋਰੀ ਦੀ ਆਦਤ ਹੈ। ਨੰਬਰ 38 ਜਨਾਨੀ ਭਾਵੇਂ ਜਵਾਨ ਹੋਵੇ ਜਾਂ ਬੁੱਢੀ ਠੇਰੀ ਉਸ ਨੂੰ ਕਹਿੰਦੇ ਹਨ ਬੁੱਢੀਏ ਇੱਕ ਪਾਸੇ ਹਟ ਜਾ। ਨੰਬਰ 39 ਹਿੰਦੁਸਤਾਨ ਬੋਲੀ ਵਿੱਚ ਬੁੱਢੀ ਸ਼ਬਦ ਦੇ ਅਰਥ ਹਨ ਵਡੇਰੀ ਉਮਰ ਵਾਲੀ, ਮਾਤਾ ਸਮਾਨ। ਨੰਬਰ 40 ਇਹਨਾਂ ਵਿੱਚ ਨਾ ਚੋਰੀ ਹੈ ਨਾ ਇਹਨਾਂ ਭੈੜੀਆਂ ਰਗਾਂ ਵਾਲਿਆਂ ਵਿੱਚ ਕੋਈ ਸੰਨਾ ਮਾਰਨ ਵਾਲਾ ਹੁੰਦਾ ਹੈ। ਨੰਬਰ 41 ਵਿਭਚਾਰੀ ਅਤੇ ਸੰਨਾ ਮਾਰਨ ਵਾਲੇ ਨਾਲ ਇਹ ਦੋਸਤੀ ਨਹੀਂ ਪਾਉਂਦੇ, ਉਂਝ ਭਾਵੇਂ ਇਹਨਾਂ ਦੀਆਂ ਹੋਰ ਗੱਲਾਂ ਚੰਗੀਆਂ ਹਨ। ਕਾਜੀ ਨੇ ਭਾਵੇਂ 1765 ਈਸਵੀ ਵਿੱਚ ਸਿੰਘਾਂ ਦੇ ਮੈਦਾਨੇ ਜੰਗ ਵਿੱਚ ਮਰਦਾਨਗੀ ਦੇ ਜੌਹਰਾਂ ਅਤੇ ਉਹਨਾਂ ਦੇ ਉੱਚੇ ਸੁੱਚੇ ਆਚਰਣ ਬਾਰੇ ਆਪ ਮੁਹਾਰਾ ਜ਼ਿਕਰ ਕੀਤਾ ਹੈ, ਪਰ ਇਹ ਗੱਲ ਮੰਨਣਯੋਗ ਹੈ ਕਿ ਦੂਜੇ ਮੁਸਲਮਾਨ ਇਤਿਹਾਸਕਾਰਾਂ ਜੋ ਆਪਣੇ ਤੁਅੱਸਬ ਕੱਟੜ ਫਿਰਕੂਪੁਣਾ ਅਤੇ ਈਰਖਾ ਦੇ ਸਾੜੇ ਵਿੱਚ ਗ੍ਰਸਤ ਹੋਏ ਸੱਚ ਪਰਥਾਏ ਤੰਗ ਨਜ਼ਰੀ ਦੀ ਅਤੇ ਥੋੜ ਦਿਲੀ ਦੀ ਅੱਖਾਂ ਉੱਤੇ ਪੱਟੀ ਬੰਨੀ ਬੈਠੇ ਸਨ, ਨਾਲੋਂ ਸਭ ਤੋਂ ਪਹਿਲਾਂ ਇਹਨਾਂ ਅਨਮੋਲ ਗੁਣਾਂ ਤੋਂ ਗਦਗਦ ਹੋ ਕੇ ਤੁਅੱਸਬ ਨੂੰ ਛੱਡ ਅਸਲੀਅਤ ਦਾ ਜ਼ਿਕਰ ਕਰਦਾ ਹੈ। ਸਖਤ ਔਖੀ ਜ਼ਿੰਦਗੀ ਨੇ ਸਿੱਖਾਂ ਨੂੰ ਜੋ ਦਿਨ ਰਾਤ ਘੋੜਿਆਂ ਦੀਆਂ ਕਾਠੀਆਂ ਤੇ ਜਾਂ ਪੈਦਲ ਵੈਰੀ ਨਾਲ ਜੂਝਦੇ ਫਿਰਦੇ ਸਨ, ਬੜੀਆਂ ਵਡਮੁੱਲੀਆਂ ਨਿਆਮਤਾਂ ਪ੍ਰਦਾਨ ਕੀਤੀਆਂ। ਉਹਨਾਂ ਦੀ ਸਿਹਤ, ਤਾਕਤ, ਤੇਜ਼ ਰਫ਼ਤਾਰੀ, ਨਸ ਭੱਜ ਦਾ ਕੋਈ ਮੁਕਾਬਲਾ ਨਹੀਂ ਸੀ। ਸ਼ਕਤੀਸ਼ਾਲੀ ਲੰਮੀਆਂ ਬਾਹਾਂ, ਫੌਲਾਦ ਵਰਗੀਆਂ ਮਜ਼ਬੂਤ ਲੱਤਾਂ, ਬਲੌਰ ਵਾਂਗ ਚਮਕਦੀਆਂ ਅੱਖਾਂ, ਗਿੱਠ-ਗਿੱਠ ਚੌੜੇ ਮੱਥੇ, ਸਵਾ ਹੱਥ ਚੌੜੀਆਂ ਛਾਤੀਆਂ, ਦਗਦਗ ਕਰਦੇ ਲਾਲ ਸੁਰਖ ਚਿਹਰੇ, ਸ਼ਾਹ ਕਾਲੇ ਲੰਮੇ ਕੇਸ, ਲਾਲਾਂ ਦੇ ਟੁਕੜਿਆਂ ਵਰਗੇ ਸੁਰਖ ਬੁੱਲ੍ਹ ਅਤੇ ਚਿੱਟੇ ਦੰਦ, ਸੋਹਣੇ ਭਰਵੇਂ ਦਾੜੇ ਅਤੇ ਕੁੰਡਲਾਂ ਵਾਲੇ ਮੁਸ਼ਹਿਰੇ, ਅਰੋਗ ਫੌਲਾਦੀ ਸਰੀਰ ਉਹਨਾਂ ਨੂੰ ਕੁਦਰਤ ਵੱਲੋਂ ਬਖਸ਼ੇ ਹੋਏ ਤੋਹਫੇ ਸਨ। ਸਮੇਂ ਦੀ ਬੇਰਹਿਮ ਸਰਕਾਰ ਨੇ ਉਹਨਾਂ ਉੱਤੇ ਆਪਣੇ ਜ਼ੁਲਮ ਜ਼ਬਰ ਅਤੇ ਮੌਤ ਦਾ ਤੰਬੂ ਤਾਣ ਕੇ ਹਨੇਰ ਵਰਤਾਇਆ ਹੋਇਆ ਸੀ। ਮੁਸੀਬਤਾਂ ਮੁਸ਼ਕਲਾਂ ਦੇ ਕੰਢਿਆਂ ਤੇ ਜਿੱਲਣ ਵਿੱਚ ਉਹਨਾਂ ਦੇ ਪੈਰ ਧਸਾਏ ਹੋਏ ਸਨ, ਪਰ ਉਹਨਾਂ ਦੇ ਹਿਰਦਿਆਂ ਵਿੱਚ ਵਿਵੇਕ ਬੁੱਧੀ ਦਾ ਪ੍ਰਕਾਸ਼ ਸੀ। ਉਹ ਪੂਰੀ ਤਰ੍ਹਾਂ ਸ਼ਾਂਤ ਚਿੱਤ ਸਨ ਅਤੇ ਸਬਰ, ਸੰਤੋਖ ਅਤੇ ਧੀਰਜ ਨਾਲ ਖਿੜੇ ਮੱਥੇ ਜ਼ਿੰਦਗੀ ਦੀਆਂ ਔਕੜਾਂ ਦਾ ਮੁਕਾਬਲਾ ਕਰ ਰਹੇ ਸਨ। ਫਿਕਰ, ਚਿੰਤਾ, ਦੁਨਿਆਵੀ ਧੰਦਿਆਂ, ਝੰਜਟਾਂ ਅਤੇ ਲੱਗ ਲਪੇਟ ਤੋਂ ਅਟੰਕ, ਸ਼ੁੱਧ ਹਿਰਦਿਆਂ ਵਾਲੇ ਅਤੇ ਆਚਰਣਾਤਮਕ ਸਿਖਰਾਂ ਦੇ ਸ਼ਹਿਨਸ਼ਾਹ ਇਹ ਸਨ। ਕੁਦਰਤ ਦੀ ਗੋਦੀ, ਜੰਗਲਾਂ ਬੇਲਿਆਂ ਵਿੱਚ ਆਨੰਦਮਈ ਵਸਣ ਵਾਲੇ ਸਾਊ ਪਰ ਰਾਠ ਖਾਲਸੇ, ਜਿਨ੍ਹਾਂ ਨੂੰ ਸਫਾ-ਏ-ਹਸਤੀ ਤੋਂ ਮਲੀਆ ਮੇਟ ਕਰ ਦੇਣ ਲਈ ਮੁਗਲਿਆ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ ਅਤੇ ਉਹ ਹੱਥਾਂ ਵਿੱਚ ਤੇਗਾਂ ਲੈ ਕੇ ਸਰਕਾਰ ਨੂੰ ਦਮੋਂ ਕੱਢ ਖਾਰੇ ਸਮੁੰਦਰ ਗਰਕ ਕਰ ਦੇਣ ਦਾ ਨਿਸ਼ਚਾ ਧਾਰ ਕੇ ਦਿੱਲੀ ਅਤੇ ਲਾਹੌਰ ਦੀਆਂ ਸਰਕਾਰਾਂ ਨੂੰ ਲਲਕਾਰ ਰਹੇ ਸਨ। ਮਾਤਾ ਸੁੰਦਰੀ ਜੀ ਅਤੇ ਪਾਲਿਕ ਅਜੀਤ ਸਿੰਘ
ਦਸ਼ਮੇਸ਼ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦਿੱਲੀ ਰਹਿੰਦੇ ਸਨ। ਉਹ ਆਪਣੇ ਵਾਹਿਗੁਰੂ ਦੀ ਯਾਦ ਵਿੱਚ ਸਮੇਂ ਦੇ ਸਿਆਸੀ ਉਤਾਰ ਚੜ੍ਹਾਅ ਤੋਂ ਅਟੰਕ ਅਤੇ ਸਿੱਖਾਂ ਦੀ ਆਤਮ ਅਗਵਾਈ ਅਤੇ ਗਰੀਬਾਂ ਦੀ ਸਹਾਇਤਾ ਕਰਦੇ ਹੋਏ ਆਪਣੇ ਦਿਨ ਕੱਟ ਰਹੇ ਸਨ। ਸਿੱਖਾਂ ਵਿਰੁੱਧ ਮੁਗਲਾਂ ਦੇ ਦਮਨ ਚੱਕਰ ਨੇ ਉਹਨਾਂ ਨੂੰ ਵੀ ਸੁੱਖ ਦਾ ਸਾਹ ਨਾ ਲੈਣ ਦਿੱਤਾ। ਉਹਨਾਂ ਇੱਕ ਲੜਕੇ ਨੂੰ ਗੋਦ ਲੈ ਕੇ ਉਸਦਾ ਨਾਂ ਆਪਣੇ ਸ਼ਹੀਦ ਹੋ ਚੁੱਕੇ ਸਾਹਿਬਜ਼ਾਦੇ ਦੇ ਨਾਂ ਤੇ ਅਜੀਤ ਸਿੰਘ ਰੱਖਿਆ। ਉਹ ਜਦ ਵੱਡਾ ਹੋਇਆ ਤਾਂ ਉਹ ਆਏ ਸਵਾਲੀਆਂ ਦੀ ਲੋੜ ਖੁੱਲ੍ਹੇ ਹੱਥੀਂ ਪੂਰੀ ਕਰਦਾ। ਇੱਕ ਮੁਸਲਮਾਨ ਮੰਗਤਾ ਰੋਜ਼ ਹੀ ਉਸ ਪਾਸ ਆਉਂਦਾ, ਜਿਸ ਨੂੰ ਅਜੀਤ ਸਿੰਘ ਦਾਨ ਦਿਆ ਕਰਦਾ। ਇੱਕ ਦਿਨ ਉਹ ਗਿੱਝੇ ਹੋਏ ਫਕੀਰ ਨੇ ਉਸ ਤੋਂ ਬਹੁਤ ਕੀਮਤੀ ਚੀਜ਼ ਅਤੇ ਰੁਪਏ ਭਿੱਖਿਆ ਵਜੋਂ ਮੰਗੇ ਅਤੇ ਇੰਨੀ ਜਿੱਦ ਕੀਤੀ ਕਿ ਖਹਿੜਾ ਹੀ ਨਾ ਛੱਡੇ। ਜਦ ਉਸ ਨੂੰ ਰੋਜ਼ ਨਾਲੋਂ ਵੱਧ ਬਖਸ਼ੀਸ਼ ਦਿੱਤੀ ਤਾਂ ਉਸਨੇ ਕਬੂਲ ਨਾ ਕੀਤੀ ਅਤੇ ਉਲਟਾ ਅੱਗੋਂ ਉਸ ਨੂੰ ਕਬੋਲ ਬੋਲੇ। ਤੈਸ਼ ਵਿੱਚ ਆ ਕੇ ਅਜੀਤ ਸਿੰਘ ਨੇ ਉਸ ਨੂੰ ਮਾਰਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮੁਸਲਮਾਨਾਂ ਬੜਾ ਫਤੂਰ ਮਚਾਇਆ। ਬਾਦਸ਼ਾਹ ਪਾਸ ਸ਼ਿਕਾਇਤ ਕੀਤੀ। ਬਾਦਸ਼ਾਹ ਨੇ ਬਗੈਰ ਮੁਆਮਲੇ ਦੀ ਤਹਿ ਤੱਕ ਜਾਣ ਦੇ ਅਜੀਤ ਸਿੰਘ ਨੂੰ ਮੌਤ ਦੀ ਸਜ਼ਾ ਦੇ ਦਿੱਤੀ। ਇਸ ਹੁਕਮ ਦੀ ਪੂਰਤੀ ਲਈ ਉਸ ਨੂੰ ਹਾਥੀ ਦੀ ਲੱਤ ਨਾਲ ਬੰਨ੍ਹ ਕੇ ਬਾਜ਼ਾਰਾਂ ਗਲੀਆਂ ਵਿੱਚ ਘਸੀਟਿਆ ਗਿਆ। ਇੱਕ ਤੰਗ ਮੋੜ ਤੋਂ ਹਾਥੀ ਭੜਕ ਉੱਠਿਆ ਅਤੇ ਪਿੱਛੇ ਨੂੰ ਮੁੜਦੇ ਹੋਏ ਨੇ ਪੈਰ ਥੱਲੇ ਲੈ ਕੇ ਉਸ ਦਾ ਸਿਰ ਕੁਚਲ ਦਿੱਤਾ। ਮਾਤਾ ਸੁੰਦਰੀ ਜੀ ਮਜਬੂਰੀ ਦੀ ਹਾਲਤ ਵਿੱਚ ਘਰ ਬਾਹਰ ਛੱਡ ਕੇ ਮਥੁਰਾ ਚਲੇ ਗਏ। ਰਾਜਾ ਜੈਪੁਰ ਬੜੇ ਚਿਰ ਤੋਂ ਗੁਰੂ ਘਰ ਦਾ ਸ਼ਰਧਾਲੂ ਅਤੇ ਅਨੰਨ ਭਗਤ ਚੱਲਿਆ ਆ ਰਿਹਾ ਸੀ। ਮਾਤਾ ਜੀ ਦਾ ਬਹੁਤ ਆਦਰ ਸਨਮਾਨ ਕੀਤਾ। ਉਹਨਾਂ ਦੇ ਗੁਜ਼ਾਰੇ ਲਈ ਬੜਾ ਚੰਗਾ ਪ੍ਰਬੰਧ ਕੀਤਾ। ਦਿੱਲੀ ਵਿਖੇ ਮਾਤਾ ਜੀ ਦੇ ਘਰ ਨੂੰ ਮੁਸਲਮਾਨਾਂ ਲੁੱਟ ਪੱਟ ਲਿਆ। ਸਿੱਖ ਫੇਰ ਦਿਸਣ ਅਤੇ ਵਿਚਰਨ ਲੱਗੇ। ਮੁਗਲਿਆ ਫੌਜ ਦੇ ਗਸ਼ਤੀ ਕਾਲਮ, ਜਗੀਰਦਾਰਾਂ ਦੇ ਪਾਲਤੂ ਟੋਲੇ ਅਤੇ ਭਾੜੇ ਦੇ ਲੜਾਕੇ, ਪਿੰਡਾਂ ਦੇ ਨੰਬਰਦਾਰਾਂ, ਮੁਖਬਰਾਂ ਅਤੇ ਸੂਈਆਂ ਨੇ ਸਿੱਖਾਂ ਵਿਰੁੱਧ ਐਸੀਆਂ ਸਖਤ ਕਾਰਵਾਈਆਂ ਕੀਤੀਆਂ ਕਿ ਉਹਨਾਂ ਨੂੰ ਮਜਬੂਰ ਹੋ ਕੇ ਜੰਗਲਾਂ, ਬੇਲਿਆਂ, ਛੰਭਾਂ ਅਤੇ ਪਹਾੜਾਂ ਦੀਆਂ ਖੱਡਾਂ ਵਿੱਚ ਪਨਾਹ ਲੈਣੀ ਪਈ। ਸਿੱਖ ਮੈਦਾਨ 'ਚੋਂ ਦਿਸਣੋਂ ਹਟ ਗਏ। ਸਧਾਰਨ ਆਦਮੀ ਨੂੰ ਇੰਜ ਭਾਸਣ ਲੱਗਾ ਕਿ ਸਿੱਖਾਂ ਦਾ ਅਸਲੋਂ ਹੀ ਖਾਤਮਾ ਕਰ ਦਿੱਤਾ ਗਿਆ ਹੈ, ਹੁਣ ਕਿਧਰੇ ਸਿਰ ਨਹੀਂ ਉਠਾ ਸਕਣਗੇ। ਸਿੱਖਾਂ ਉੱਤੇ ਪੁੱਜ ਕੇ ਜ਼ੁਲਮ ਹੋਏ। ਸਰਕਾਰੀ ਢਾਂਚਾ ਬਿਲਕੁਲ ਵੈਰ ਪਿਆ ਹੋਇਆ ਸੀ। ਸਿਵਾਏ ਵਾਹਿਗੁਰੂ ਤੋਂ ਕੋਈ ਆਸਰਾ ਨਹੀਂ ਸੀ। ਇਸ ਮਾਰ ਨੇ ਸਿੱਖਾਂ ਦਾ ਵਿਗਾੜਿਆ ਤਾਂ ਜ਼ਰੂਰ, ਪਰ ਸੰਵਾਰਿਆ ਬਹੁਤ ਜ਼ਿਆਦਾ। ਜ਼ਬਰ ਦੇ ਸਾਹਮਣੇ ਉਹ ਲਿਫੇ ਜਾਂ ਝੁਕੇ ਨਹੀਂ, ਭੈਭੀਤ ਹੋ ਕੇ ਦਿਲ ਨਹੀਂ ਛੱਡਿਆ। ਉਹਨਾਂ ਉੱਤੇ ਹੋਈ ਸਖਤੀ ਨੇ ਉਹਨਾਂ ਨੂੰ ਪੋਲਿਆ ਨਹੀਂ ਪਾਇਆ। ਮਾਰ ਨਾਲ ਕੁਚਲੇ ਨਹੀਂ ਗਏ, ਸਗੋਂ ਮਾਰ ਖਾ ਖਾ ਕੇ ਉਹ ਸੁੱਚਾ ਫੌਲਾਦ ਬਣ ਗਏ। ਇਸ ਮਾਰ-ਕੁੱਟ ਨੇ ਉਹਨਾਂ ਨੂੰ ਐਸਾ ਸਖਤ ਬਣਾ ਦਿੱਤਾ ਕਿ ਸਰਕਾਰੀ ਮਸ਼ੀਨਰੀ ਮਹਿਸੂਸ ਕਰਨ ਲੱਗ ਪਈ ਕਿ ਇਹ ਲੋਕ ਉਹਨਾਂ ਦੇ ਮਾਰਿਆਂ ਮਰਨ ਵਾਲੇ ਨਹੀਂ। 2 ਕੁ ਸਾਲਾਂ ਪਿੱਛੋਂ ਕਿਤੇ ਕਿਤੇ ਉਹਨਾਂ ਫੇਰ ਦਰਸ਼ਨ ਦੇਣੇ ਸ਼ੁਰੂ ਕਰ ਦਿੱਤੇ। ਛੇਤੀ ਹੀ ਲਾਹੌਰੋਂ ਦਿੱਲੀ ਖ਼ਬਰਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਕਿ ਪਹਾੜਾਂ ਦੇ ਪੈਰਾਂ ਤੇ, ਲੱਖੀ ਜੰਗਲ ਦੇ ਕੰਢੇ ਤੇ, ਨਾਲ ਅਤੇ ਮਾਲਵੇ ਦੇ ਟਿੱਬਿਆਂ ਵਿੱਚ ਸਿੰਘਾਂ ਆਪਣੀ ਰਾਠਾਚਾਰੀ ਸ਼ੁਰੂ ਕਰ ਦਿੱਤੀ ਹੈ। ਉਹ ਸਰਕਾਰ ਦੇ ਸਹਾਇਕ ਜਗੀਰਦਾਰਾਂ ਅਤੇ ਮੁਖਬਰਾਂ ਤੋਂ ਬਦਲਾ ਲੈ ਰਹੇ ਹਨ। ਸਰਕਾਰ, ਆਮਿਲ ਅਤੇ ਠਾਣੇ ਉਹਨਾਂ ਦੇ ਹਮਲਿਆਂ ਦਾ ਖਾਸ ਨਿਸ਼ਾਨਾ ਬਣ ਰਹੇ ਹਨ। ਉਹ ਇੰਨੇ ਦੀਦਾ ਦਲੇਰ ਹੋ ਗਏ ਕਿ ਆਪਣੀਆਂ ਪਨਾਹਗਾਹਾਂ 'ਚੋਂ ਦਿਨ ਦੀਵੀ ਨਿਕਲ ਕੇ ਲੁੱਟ-ਮਾਰ ਕਰਕੇ ਲੈ ਜਾਂਦੇ ਹਨ ਅਤੇ ਇਹ ਕੰਮ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਵਿੱਚ ਚੁੱਲ੍ਹਿਆਂ ਚੌਂਤਰਿਆਂ ਦੇ ਆਸ-ਪਾਸ, ਖੇਤਾਂ ਅਤੇ ਸੱਥਾਂ ਵਿੱਚ ਬਸ ਇੱਕ ਹੀ ਜ਼ਿਕਰ ਚੱਲ ਰਿਹਾ ਸੀ ਕਿ ਇਹ ਮਾਰ ਮੁਕਾਏ ਸਿੱਖ ਕਿੱਥੋਂ ਨਿਕਲ ਆਏ ਹਨ। ਸਰਕਾਰ ਨੇ ਕੋਈ ਛੇਤੀ ਹੀ ਸਖਤ ਪ੍ਰਬੰਧ ਨਾ ਕੀਤਾ ਤਾਂ ਨਾ ਸਰਕਾਰ ਰਹੇਗੀ, ਨਾ ਲੋਕ ਜੋ ਇਹਨਾਂ ਨੂੰ ਦੁੱਖ ਦਿੰਦੇ ਰਹੇ ਹਨ। ਸਰਕਾਰ ਤੋਂ ਜੇ ਕੁਝ ਨਹੀਂ ਸੀ ਸਰਨਾ ਤਾਂ ਸਾਡਾ ਇਹਨਾਂ ਨਾਲ ਵੈਰ ਕਾਸ ਤੋਂ ਪਵਾ ਦਿੱਤਾ। ਕਹਿਰ ਸਾਈਂ ਦਾ ਇਸ ਕਿਸਮ ਦੇ ਲੋਕ ਹਨ ਇਹ। ਜਿੰਨੇ ਮਾਰੋ ਦੂਣੇ ਹੋ ਸਿਰ ਨੂੰ ਆਉਂਦੇ ਹਨ। ਹੈ ਭੋਰਾ ਮਾਸਾ ਡਰ ਇਹਨਾਂ ਦੀ ਖੱਲ ਵਿੱਚ। ਯਾ ਅੱਲਾ, ਰਹਿਮ ਕਰ ਆਪਣੇ ਮਾਸੂਮ ਮੋਮਨਾਂ ਤੇ। ਇਕੱਲਾ ਕਾਰਾ ਨਹੀਂ, ਇਸ ਹਾਲਤ ਦੇ ਕਈ ਕਾਰਨ ਸਨ। ਕੋਈ ਨਹੀਂ ਸੀ ਚਾਹੁੰਦਾ ਕਿ ਘਰ ਦਾ ਸੁੱਖ ਚੈਨ ਅਤੇ ਅਮਨ ਤੱਜ ਕੇ ਖਾਨਾ ਬਦੋਸ਼ਾਂ ਵਾਂਗ ਥਾਂ-ਥਾਂ ਧੱਕੇ ਖਾਂਦਾ ਫਿਰੇ ਅਤੇ ਸਰਕਾਰ ਉਸ ਨੂੰ ਜੰਗਲਾਂ ਜਾਨਵਰਾਂ ਵਾਂਗ ਅੱਗੇ ਲਾਈ ਉਸ ਦਾ ਸ਼ਿਕਾਰ ਖੇਡੇ। ਜ਼ਿੰਦਗੀ ਦੀਆਂ ਮਜਬੂਰੀਆਂ ਆਦਮੀ ਨੂੰ ਬਹੁਤ ਕੁਝ ਸਿਖਾ ਦਿੰਦੀਆਂ ਹਨ।
इस हालत विच ਉਹ ਇਹੋ ਜਿਹੇ ਕਾਰਨਾਮੇ ਕਰ ਗੁਜ਼ਰਦਾ ਹੈ ਕਿ ਆਮ ਤੌਰ ਤੇ ਸੁੱਖ ਦੀ ਹਾਲਤ ਵਿੱਚ ਕਿਸੇ ਤੋਂ ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਿੱਖਾਂ ਘਰ ਘਾਟ ਤਾਂ ਛੱਡ ਦਿੱਤੇ, ਪਰ ਜੰਗਲਾਂ ਵਿੱਚ ਵੀ ਉਹਨਾਂ ਨੂੰ ਕਿਸੇ ਟਿਕਣ ਨਾ ਦਿੱਤਾ। ਸਦਾ ਹੀ ਉਹਨਾਂ ਦੇ ਸਿਰਾਂ ਤੇ ਮੌਤ ਦਾ ਪਰਛਾਵਾਂ ਮੰਡਰਾਉਂਦਾ ਰਹਿੰਦਾ। ਸੁੱਤਿਆਂ ਜਾਗਦਿਆਂ ਮੌਤ ਮੂੰਹ ਅੱਡੀ ਸਿਰ ਤੇ ਖੜੀ ਹੈ। ਇਸ ਸਦਾ ਦੇ ਖੌਫ ਦੀ ਹਾਲਤ ਨੇ ਉਹਨਾਂ ਨੂੰ ਬਿਲਕੁਲ ਨਿਡਰ ਅਤੇ ਸਿਰੇ ਦੇ ਦਲੇਰ ਬਣਾ ਦਿੱਤਾ। ਜਦ ਬੰਦਾ ਮੌਤ ਨੂੰ ਤੁੱਛ ਸਮਝੇ ਅਤੇ ਉਸ ਨਾਲ ਮਖੌਲ ਕਰੇ ਤਾਂ ਉਹ ਵੀ ਸੰਗਦੀ ਛੇਤੀ ਲਾਗੇ ਨਹੀਂ ਢੁਕਦੀ। ਇਸ ਸਥਿਤੀ ਵਿੱਚ ਹੋ ਕੇ ਹੀ ਇਨਸਾਨ ਆਪਣੀ ਹੋਣੀ ਦਾ ਮਾਲਕ ਬਣਦਾ ਹੈ। ਗਰੀਬ ਥੁੜ ਅਤੇ ਫਾਕਿਆਂ ਦੇ ਸਤਾਏ ਹੋਏ ਅਤੇ ਦਿਨੋਂ ਦਿਨ ਮੌਤ ਦੀ ਖਾਈ ਵੱਲ ਧਕੀਂਦੇ ਜਾ ਰਹੇ ਸਿੱਖ ਭਿੱਖਿਆਂ ਦਾ ਮੁਰਦਾਰ ਖਾਣੋਂ ਤਾਂ ਰਹੇ, ਸਰਕਾਰ ਦੀ ਅਧੀਨਗੀ ਪ੍ਰਵਾਨ ਕਰਨੋਂ ਵੀ ਰਹੇ। ਆਪਣਾ ਧਰਮ ਤਿਆਗ ਦੀਨ ਕਬੂਲ ਕਰਕੇ ਘਰਾਂ ਨੂੰ ਵਾਪਸ ਮੁੜ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਧਰਮ ਅਤੇ ਅਣਖ ਦੀ ਖਾਤਰ ਅਤੇ ਇਹਨਾਂ ਦੀ ਆਨ ਸ਼ਾਨ ਬਦਲੇ ਤਾਂ ਘਰ ਘਾਟ ਛੱਡੇ ਸਨ। ਫਿਰ ਉਦਰ ਪੂਰਤੀ ਲਈ ਕੁਝ ਤਾਂ ਹੀਲਾ ਚਾਹੀਦਾ ਸੀ। ਕੁਦਰਤ ਨੂੰ ਕਦਾਚਿਤ ਮਨਜ਼ੂਰ ਨਹੀਂ ਕਿ ਕੋਈ ਕਿਸੇ ਦੂਸਰੇ ਦਾ ਰਿਜ਼ਕ ਬੰਦ ਕਰੇ। ਜੇ ਕੋਈ ਇਸ ਵਾਸਤੇ ਆਪਣਾ ਬਲ ਬੁੱਧ ਨਾਲ ਹੀਲਾ ਕਰੇ ਅਤੇ ਕੁਦਰਤ ਉਸ ਲਈ ਵਸੀਲੇ ਪੈਦਾ ਕਰ ਦਿੰਦੀ ਹੈ। ਉਤਪੱਤੀ ਅਤੇ ਪਾਲਣਾ ਕੁਦਰਤ ਦੇ ਨਿਯਮ ਹਨ। ਇਸੇ ਨਿਯਮ ਤਹਿਤ ਸਿੰਘ ਤੇਗਾਂ ਸੂਤ ਕੇ ਆਪਣੇ ਘੋਰਨਿਆਂ ਵਿੱਚੋਂ ਨਿਕਲੇ ਅਤੇ ਉਸ ਇੱਜੜਾਂ ਤੇ ਜਾ ਪਏ ਜਿਨ੍ਹਾਂ ਗਰੀਬ ਅਤੇ ਥੁੜ ਦੀ ਮੰਦੀ ਹਾਲਤ ਵਿੱਚ ਉਹਨਾਂ ਦੇ ਸਿਰ ਸੁੱਟੀ ਹੋਈ ਸੀ। ਇਸ ਮਜਬੂਰੀ ਨੇ ਉਹਨਾਂ ਨੂੰ ਇਸ ਰਾਹੇ ਤੋਰਿਆ। ਉਹਨਾਂ ਨੇ ਫੈਸਲਾ ਕਰ ਲਿਆ ਕਿ ਭੁੱਖਿਆਂ ਸਹਿਕ ਕੇ ਸਸਤੀ ਮੌਤ ਨਹੀਂ ਵਿਆਜਣੀ। ਜਿਨ੍ਹਾਂ ਸਾਡੀ ਇਹ ਹਾਲਤ ਕੀਤੀ ਹੈ ਉਹਨਾਂ ਦੇ ਗਲ ਲੱਗ ਕੇ ਮਰ ਜਾਣਾ ਹੈ। ਮਰਨਾ ਹੀ ਹੈ ਤਾਂ ਦੁਸ਼ਮਣ ਦੇ ਤੁੰਮਣਾਂ ਦੇ ਤੁੰਮਣ ਮਾਰ ਕੇ ਮਰਨਾ ਹੈ। ਜਿਉਣਾ ਸਭ ਦਾ ਹੱਕ ਹੈ। ਉਹਨਾਂ ਸੋਚਿਆ ਕਿ ਜਿਹੜੀ ਸਰਕਾਰ ਉਹਨਾਂ ਦੇ ਜਿਉਣ ਦਾ ਹੱਕ ਮਾਰਦੀ ਹੈ ਉਹ ਸਰਕਾਰ ਬਰਬਾਦ ਕਰਨੀ ਹੈ। ਉਹ ਦ੍ਰਿੜ ਸਨ ਕਿ ਬਾਹਰੋਂ ਆਏ ਲੁਟੇਰਿਆਂ ਦਾ ਕੋਈ ਹੱਕ ਨਹੀਂ ਕਿ ਸਾਡੇ ਉੱਤੇ ਰਾਜ ਕਰਨ, ਅਤੇ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਮਹਿਸੂਸ ਹੋ ਗਿਆ ਸੀ ਕਿ ਹੱਥ ਤੇ ਹੱਥ ਧਰ ਕੇ ਬੈਠੇ ਰਹਿਣ ਨਾਲ ਇਸ ਜ਼ਾਲਮ ਹਕੂਮਤ ਦੀ ਜੜ ਨਹੀਂ ਪੁੱਟੀ ਜਾਣੀ। ਦੁਸ਼ਟ ਕਸ਼ਟ ਖਿੜੇ ਮੱਥੇ ਸਹਾਰਦੇ ਹੋਏ ਜ਼ਿੰਦਗੀ ਨੂੰ ਕੁਰਬਾਨ ਕਰਕੇ ਹੀ ਆਜ਼ਾਦੀ ਹਾਸਿਲ ਹੋਵੇਗੀ। ਜੀਵਨ ਬਾਰੇ ਉਹਨਾਂ ਦਾ ਦ੍ਰਿਸ਼ਟੀਕੋਣ ਆਸ਼ਾਵਾਦੀ ਸੀ। ਹਰ ਹਾਲਤ ਵਿੱਚ ਉਹਨਾਂ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਸਿੱਖਿਆ ਸੀ। ਮਾਯੂਸੀ ਅਤੇ ਨਿਰਾਸ਼ਾ ਨਾਮ ਦੀ ਕੋਈ ਚੀਜ਼ ਉਹਨਾਂ ਦੇ ਸ਼ਬਦਕੋਸ਼ ਵਿੱਚ ਨਹੀਂ ਸੀ ਪਾਈ ਜਾਂਦੀ। ਉਹਨਾਂ ਨੂੰ ਪੂਰਨ ਵਿਸ਼ਵਾਸ ਸੀ ਕਿ ਉਹਨਾਂ ਦੇ ਉਦੇਸ਼ਾਂ ਦਾ ਆਧਾਰ ਸੱਚ ਅਤੇ ਨਿਆਂ ਤੇ ਹੈ ਅਤੇ ਅੰਤ ਨੂੰ ਅਵੱਸ਼ ਜਿੱਤ ਉਹਨਾਂ ਦੀ ਹੀ ਹੋਵੇਗੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਤੋਂ ਪਿੱਛੋਂ ਉਹਨਾਂ ਦੇ ਕੀਤੇ ਕੰਮ ਨੂੰ ਸਾਂਭਣਾ ਅਤੇ ਅੱਗੇ ਤੋਰਨ ਵਾਲਾ ਕੋਈ ਨਹੀਂ ਸੀ ਰਿਹਾ ਅਤੇ ਸਾਰੇ ਸੋਚਦੇ ਸਨ ਕਿ ਹੁਣ ਕੀ ਬਣੇਗਾ। ਇਸ ਮਜ਼ਬੂਤ ਪੰਥ ਨੂੰ ਕੌਣ ਆਪਣੀ ਜਥੇਦਾਰੀ ਵਿੱਚ ਰੱਖ ਕੇ ਸੇਧ ਦੇਵੇਗਾ। ਇਹ ਠੱਗਾਂ ਚੋਰਾਂ ਜਾਂ ਟੁੱਕੜ ਗਦਾਈਆਂ ਦਾ ਟੋਲਾ ਤਾਂ ਹੈ ਹੀ ਨਹੀਂ ਸੀ। ਸਿੰਘਾਂ ਸਰਦਾਰਾਂ ਸੰਤ ਸਿਪਾਹੀਆਂ ਦੀ ਜਮਾਤ ਜੇ ਕਿਸੇ ਰਾਜਸੀ ਭੈ ਜਾਂ ਲਾਲਚ ਨੂੰ ਖਾਤਰ ਵਿੱਚ ਨਹੀਂ ਸਨ ਲਿਆਉਣ ਵਾਲੇ। ਕਿਸੇ ਉੱਚ ਕੋਟੀ ਦੇ ਆਗੂ ਤੋਂ ਬਿਨਾਂ ਜਾਬਰ ਹਕੂਮਤ ਸਭ ਕੁਝ ਸਮੇਟ ਕੇ ਰੱਖ ਦੇਵੇਗੀ। ਇਸ ਨਾਜ਼ੁਕ ਸਮੇਂ ਕੌਮ ਨੂੰ ਇੱਕ ਨਿਹਾਇਤ ਆਲਾ ਜਥੇਦਾਰ ਮਿਲ ਗਿਆ ਅਤੇ ਉਹ ਸੀ ਬੰਦਾ ਸਿੰਘ ਬਹਾਦਰ, ਜਿਸ ਦੀ ਯੋਗ ਅਗਵਾਈ ਥੱਲੇ ਖਾਲਸਾ ਪੰਥ ਖੂਬ ਵਧਿਆ ਫੁੱਲਿਆ ਅਤੇ ਸ਼ਕਤੀਸ਼ਾਲੀ ਬਣ ਗਿਆ। ਮੁਗਲ ਰਾਜ ਦੀ ਹੰਕਾਰ ਨਾਲ ਆਕੜੀ ਧੌਣ ਮਰੋੜ ਕੇ ਰੱਖ ਦਿੱਤੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲ ਸਰਕਾਰ ਨੇ ਸਾਰੇ ਮੁਲਕ ਵਿੱਚ ਪੱਲਾ ਫੇਰਤਾ ਕਿ ਸਿੱਖ ਬਿਲਕੁਲ ਖਤਮ ਕਰ ਦਿੱਤੇ ਗਏ ਹਨ। ਹੁਣ ਕਿਸੇ ਦਾ ਕੋਈ ਭੈ ਨਹੀਂ ਰਿਹਾ। ਇਸ ਔਖ ਦੇ ਸਮੇਂ ਉਹ ਨਿਸ਼ਚਿਤ ਸਨ ਕਿ ਉਹਨਾਂ ਵਿੱਚੋਂ ਹੀ ਕੋਈ ਸੂਰਮਾ ਉੱਠ ਕੇ ਪੰਥ ਦੀ ਜਥੇਦਾਰੀ ਸੰਭਾਲੇਗਾ ਅਤੇ ਜ਼ੁਲਮ ਜਬਰ ਦੇ ਚੜ੍ਹੇ ਤੂਫਾਨ ਮੂਹਰੇ ਸੀਨਾ ਤਾਣ ਕੇ ਖੜਾ ਹੋ ਜਾਵੇਗਾ। ਬਾਹਰੋਂ ਆਏ ਲੋਟੂਆਂ ਅਤੇ ਧਾੜਵੀਆਂ ਦੀ ਅਤਿਆਚਾਰੀ ਸਰਕਾਰ ਉੱਤੇ ਨਾ ਕਿਸੇ ਤਰ੍ਹਾਂ ਦਾ ਭਰੋਸਾ ਕਰਨਾ ਹੈ ਅਤੇ ਨਾ ਹੀ ਇਸ ਨੂੰ ਪੰਜਾਬ ਅਤੇ ਹਿੰਦੁਸਤਾਨ ਦੀ ਸਰਜ਼ਮੀਨ ਤੇ ਜਿਉਂਦੇ ਹੀ ਛੱਡਣਾ ਹੈ। ਹਰ ਕੀਮਤ ਤੇ ਇਸ ਮੁਗਲ ਹਕੂਮਤ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ। ਇਹ ਸਨ ਖਿਆਲ, ਜਜ਼ਬੇ ਅਤੇ ਨਿਸ਼ਚੇ ਜੋ ਉਹਨਾਂ ਦੇ ਸੀਨਿਆਂ ਵਿੱਚ ਚੜ੍ਹੇ ਸਮੁੰਦਰ ਵਾਂਗ ਉਬਾਲੇ ਖਾਂਦੇ ਸਨ। ਸੋ ਸਿੰਘਾਂ ਨੇ ਮੁਗਲਾਂ ਨਾਲ ਥਾਂ ਥਾਂ ਤੇ ਟੱਕਰ ਲੈਣ ਦਾ ਮੁੱਖ ਪ੍ਰਯੋਜਨ ਬਣਾ ਲਿਆ। ਕਮਰ ਕੱਸੇ ਕਰਕੇ ਸਿੰਘ ਮੈਦਾਨਾਂ ਵਿੱਚ ਨਿੱਤਰ ਪਏ।
दूर तक इलाके उगरा लए, जो अड़िया झाड़ के रख दिता। मुगल सरकार दे हिमायतियां तो गिण गिण बदले लैण लगे। फौज मगर तां पवे पर बणे कुਝ ना। सिखां दा कामयाबी दे कारणां विचों एक ਇਹ ਵੀ ਸੀ ਕਿ ਮੁਗਲ ਰਾਜਸੀ ਢਾਂਚੇ ਨੂੰ ਉਹਨਾਂ ਨੇ ਆਪ ਹੀ ਖੋਖਲਾ ਕਰ ਛੱਡਿਆ ਸੀ। ਮੁਗਲ ਬਾਦਸ਼ਾਹ ਅਤੇ ਸਭ ਵਜ਼ੀਰ ਅਮੀਰ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਜਿੱਥੇ ਐਸ਼ ਉੱਥੇ ਆਲਸ ਅਤੇ ਦਲਿੱਦਰ ਪਹਿਲਾਂ। ਹਕੂਮਤ ਦਾ ਦਬਦਬਾ ਕਾਇਮ ਰੱਖਣ ਅਤੇ ਅਮਨ ਅਮਾਨ ਦੀ ਰਾਖੀ ਲਈ ਕਸ਼ਟ ਸਹਾਰਨ ਮੁਹਿੰਮਾਂ ਤੇ ਜਾਣ। ਲੁਟੇਰੇ ਅਤੇ ਚੋਰ ਉਚੱਕੇ ਜੋ ਥਾਂ ਥਾਂ ਸਿਰ ਚੁੱਕ ਰਹੇ ਸਨ, ਉਹਨਾਂ ਦੀ ਸੁਧਾਈ ਕਰਨ ਜਾਣ ਲਈ ਕੋਈ ਵੀ ਸਫ਼ਰ ਦੀ ਸਖਤੀ ਸਹਾਰਨ ਨੂੰ ਤਿਆਰ ਨਹੀਂ ਸੀ। ਜੇ ਕਿਸੇ ਨੂੰ ਕਿਧਰੇ ਜਾਣਾ ਵੀ ਪੈਂਦਾ ਤਾਂ ਪਾਲਕੀਆਂ ਵਿੱਚ ਬੈਠ ਕੇ ਆਪਣੇ ਮੌਜ ਮੇਲੇ ਦਾ ਸਮਾਨ ਨਾਲ ਲੈ ਕੇ ਜਾਂਦੇ। ਪਾਨ ਹੁੱਕੇ ਸ਼ਰਾਬ ਦਾ ਤਾਂ ਲੜਾਈ ਦੇ ਮੈਦਾਨ ਵਿੱਚ ਵੀ ਚੇਤਾ ਨਾ ਭੁੱਲਦਾ। ਵੱਡੇ ਅਫਸਰਾਂ ਦੇ ਟੱਬਰ ਟੀਹਰ ਪਾਲਕੀਆਂ ਵਿੱਚ ਬੈਠ ਕੇ ਨਾਲ ਜਾਂਦੇ। ਸ਼ਾਹੀ ਦਰਬਾਰ ਧੜੇਬੰਦੀ ਦਾ ਸ਼ਿਕਾਰ ਹੋਇਆ ਰਹਿੰਦਾ। ਅਮੀਰ ਵਜ਼ੀਰ ਹਕੂਮਤ ਦੀ ਮਜ਼ਬੂਤੀ ਅਤੇ ਮੁਲਕ ਵਿੱਚ ਅਮਨ ਅਮਾਨ ਬਣਾਈ ਰੱਖਣ ਵਿੱਚ ਇੰਨੀ ਦਿਲਚਸਪੀ ਨਾ ਲੈਂਦੇ ਜਿੰਨੀ ਆਪਣੇ ਨਿੱਜੀ ਸਵਾਰਥਾਂ ਪ੍ਰਤੀ। ਆਪਣੇ ਵਿਰੋਧੀ ਨੂੰ ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਡੇਗਣ ਲਈ ਕਮੀਨੀ ਤੋਂ ਕਮੀਨੀ ਹਰਕਤ ਕਰਨੋਂ ਵੀ ਬਾਜ਼ ਨਾ ਆਉਂਦੇ। ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਤਾਂ ਕਿ ਕੋਈ ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਖੁੱਭ ਨਾ ਜਾਵੇ ਅਤੇ ਉਹ ਪਿਛਾਂਹ ਰਹਿ ਜਾਣ। ਹਰ ਇੱਕ ਨੂੰ ਹੋੜ ਇਹ ਲੱਗੀ ਰਹਿੰਦੀ ਸੀ ਕਿ ਉਹ ਬਾਦਸ਼ਾਹ ਦੇ ਜ਼ਿਆਦਾ ਤੋਂ ਜ਼ਿਆਦਾ ਕਰੀਬ ਹੋਵੇ ਅਤੇ ਦੂਜਿਆਂ ਨੂੰ ਪਿਛਾਂਹ ਸੁੱਟ ਵੱਡੇ ਤੋਂ ਵੱਡੇ ਮਰਤਬੇ ਤੇ ਬਿਰਾਜਮਾਨ ਹੋ ਜਾਵੇ ਅਤੇ ਫਿਰ ਇਸ ਨੂੰ ਆਪਣੀ ਆਲ ਔਲਾਦ ਲਈ ਰਾਖਵਾਂ ਕਰ ਛੱਡੇ। ਦਿੱਲੀ ਦਰਬਾਰ ਦੀ ਇਸ ਘਟੀਆ ਰਾਜਸੀ ਖਿੱਚਧੂ ਨੇ ਲਾਹੌਰ ਦੇ ਗਵਰਨਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ। ਦੁਚਿੱਤੀ ਵਿੱਚ ਹੁੰਦਾ ਹੋਇਆ ਉਹ ਪੰਜਾਬ ਦੇ ਉਲਝੇ ਮਾਮਲਿਆਂ ਨੂੰ ਸੁਲਝਾਉਣ ਲਈ ਇੱਕ ਧਿਆਨ ਹੋ ਸਕੇ, ਇਹ ਸੰਭਵ ਨਹੀਂ ਸੀ। ਸਿੰਘਾਂ ਲਈ ਇਹ ਸਥਿਤੀ ਬੜੀ ਮੁਆਫਕ ਸੀ। ਉਹ ਆਪਣੀਆਂ ਲੁਕਣ ਥਾਵਾਂ ਚੋਂ ਬਾਹਰ ਆ ਕੇ ਏਕਾਏਕ ਝਪਟਦੇ ਅਤੇ ਬੜੀ ਦੂਰ ਤੱਕ ਪੰਜਾ ਮਾਰ ਲਿਆਉਂਦੇ। ਅਬਦੁਸ ਸਮਦ ਖਾਂ ਦਲੇਰੀ ਜੰਗ ਅਤੇ ਜ਼ਕਰੀਆ ਖਾਂ ਦੋਵੇਂ ਪਿਓ ਪੁੱਤ ਵਾਰੋ ਵਾਰੀ ਪੰਜਾਬ ਦੇ ਗਵਰਨਰ ਰਹੇ ਹਨ। ਇਹਨਾਂ ਦੇ ਵਿਰੋਧੀ ਦਿੱਲੀ ਬੈਠੇ ਤਾਰ ਹਿਲਾਉਂਦੇ ਅਤੇ ਇਹਨਾਂ ਲਈ ਮੁਸ਼ਕਲਾਂ ਖੜੀਆਂ ਕਰਦੇ ਰਹਿੰਦੇ। ਲੋੜ ਪੈਣ ਤੇ ਰੁਪਏ ਪੈਸੇ ਨਾਲ ਇਮਦਾਦ ਕਰਕੇ ਪੰਜਾਬ ਵਿੱਚ ਗੜਬੜ ਫੈਲਾਉਂਦੇ ਅਤੇ ਬਗਾਵਤ ਲਈ ਉਭਾਰਦੇ। ਇਸ ਘਿਨਾਉਣੀ ਸਿਆਸਤ ਦੇ ਤਹਿਤ ਜੋ ਮੰਦੇ ਕਾਰੇ ਹੁੰਦੇ ਰਹੇ, ਇਤਿਹਾਸ ਦੇ ਪੰਨਿਆਂ ਤੇ ਉਹਨਾਂ ਦੇ ਲਿਖਤੀ ਅਤੇ ਅਕੱਟ ਸਬੂਤ ਮੌਜੂਦ ਹਨ। ਸਮਕਾਲੀ ਇਤਿਹਾਸਕਾਰ ਕਾਫੀ ਖਾਂ ਦੱਸਦਾ ਹੈ ਕਿ ਸਈਦ ਭਰਾ ਗਵਰਨਰ ਲਾਹੌਰ ਦੇ ਵਿਰੁੱਧ ਕਸੂਰ ਦੇ ਅਫਗਾਨਾਂ ਨੂੰ ਗੜਬੜ ਲਈ ਉਭਾਰਦੇ ਰਹਿੰਦੇ ਸਨ। ਮੁਗਲ ਦਰਬਾਰ ਵਿੱਚ ਦੋ ਪਾਰਟੀਆਂ ਸਨ, ਇੱਕ ਤੁਰਾਨੀ ਪਾਰਟੀ ਅਤੇ ਦੂਸਰੀ ਹਿੰਦੁਸਤਾਨੀ। ਅਬਦੁਸ ਸਮਦ ਖਾਂ ਅਤੇ ਜ਼ਕਰੀਆ ਖਾਂ ਤੁਰਾਨੀ ਧੜੇ ਨਾਲ ਸੰਬੰਧਿਤ ਸਨ ਅਤੇ ਸਈਦ ਭਰਾ ਹਿੰਦੁਸਤਾਨੀ ਪਾਰਟੀ ਦੇ ਆਗੂ ਸਨ। ਈਸਾ ਖਾਨ ਮੰਝ, ਜਿਸ ਦਾ ਇਲਾਕਾ ਮੰਝਕੀ ਕਹਿਲਾਉਂਦਾ ਸੀ, ਦਰਿਆ ਸਤਲੁਜ ਦੇ ਦੋਹੀਂ ਪਾਸੇ ਸਥਿਤ ਸੀ, ਨੂੰ ਸ਼ਮਸ਼ੂਦੌਲਾ ਖਾਨ ਦੌਰਾਨ ਦੀ ਸਰਪ੍ਰਸਤੀ ਹਾਸਿਲ ਸੀ ਅਤੇ ਇਹ ਅੱਗੇ ਬਾਦਸ਼ਾਹ ਸ਼ਾਹ ਮੁਹੰਮਦ ਦਾ ਬੜਾ ਚਹੇਤਾ ਸੀ। ਪੰਜਾਬ ਵਿੱਚ ਈਸਾ ਖਾਨ ਮੰਝ ਬੜਾ ਮਗਰੂਰ ਅਤੇ ਬੇਲਗਾਮ ਬੰਦਾ ਸੀ। ਦਿੱਲੀ ਸਰਕਾਰ ਪੰਜਾਬ ਦੀ ਸਹਾਇਤਾ ਕਰਨੋਂ ਅਸਮਰੱਥ। ਦਿੱਲੀ ਸਰਕਾਰ ਦਾ ਆਪਣਾ ਇੰਜਰ ਪਿੰਜਰ ਖੋਚਲਾ ਹੋਇਆ ਪਿਆ ਸੀ ਅਤੇ ਉਹ ਲਾਹੌਰ ਦੇ ਸੂਬੇਦਾਰ ਦੀ ਸਿੱਖਾਂ ਵਿਰੁੱਧ ਕੋਈ ਵੀ ਸਹਾਇਤਾ ਕਰਨੋਂ ਮੂਲੋਂ ਅਸਮਰੱਥ ਸੀ। ਉਹ ਇਕੱਲਾ ਹੀ ਸਿੱਖਾਂ ਨਾਲ ਨਿਪਟਣ ਲਈ ਮਜਬੂਰ ਸੀ। ਉਸ ਦੀ ਸਾਰੀ ਸੈਨਿਕ ਅਤੇ ਪੁਲਿਸ ਸ਼ਕਤੀ ਲਾਹੌਰ, ਜੋ ਰਾਜਧਾਨੀ ਸੀ, ਵਿਖੇ ਕੇਂਦਰਿਤ ਸੀ। ਜਿਸ ਪਾਸੇ ਲੋੜ ਪੈਂਦੀ ਇੱਥੇ ਲੋੜੀਂਦੀ ਫੌਜ ਭੇਜ ਕੇ ਗੜਬੜ ਨੂੰ ਦਬਾਇਆ ਜਾਂਦਾ। ਸਿੱਖਾਂ ਦੀ ਲੁੱਟ ਖੋਹ ਅਤੇ ਲਾਹੌਰ ਦੀਆਂ ਕੰਧਾਂ ਤੱਕ ਹੁੰਦੀ ਸੀ। ਦੂਰ ਦਰਾਡੇ ਸ਼ਹਿਰ ਅਤੇ ਕਸਬੇ ਬੁਰੀ ਤਰ੍ਹਾਂ ਉਹਨਾਂ ਦੀ ਮਾਰ ਥੱਲੇ ਆਉਂਦੇ। ਉਸ ਵੇਲੇ ਖਬਰ ਰਸਾਨੀ ਅਤੇ ਆਵਾਜਾਈ ਦੇ ਸਾਧਨ ਵੀ ਚੰਗੇ ਨਹੀਂ ਸਨ। ਜਦ ਖਬਰ ਮਿਲਦੀ, ਉਹ ਵੀ ਕਈ ਦਿਨਾਂ ਬਾਅਦ ਕਿ ਫਲਾਣਾ ਇਲਾਕਾ ਸਿੱਖਾਂ ਨੇ ਉਗਰਾ ਲਿਆ ਹੈ ਜਾਂ ਲੁੱਟ ਲਿਆ ਹੈ, ਤਾਂ ਲਾਹੌਰੋਂ ਉਸ ਦੀ ਸੁਧਾਈ ਲਈ ਫੌਜ ਤੁਰਦੀ, ਤਦ ਤੱਕ ਉਹ ਕਿਤੇ ਦੀ ਕਿਤੇ ਨਿਕਲ ਗਏ ਹੁੰਦੇ। ਸਿੱਖਾਂ ਨੇ ਆਪਣੀ ਮਾਰ ਧਾੜ ਦੀ ਕਾਰਵਾਈ ਆਪਣੀਆਂ
ਪਨਾਹਗਾਹਾਂ ਦੇ ਨਾਲ ਲੱਗਵੇਂ ਇਲਾਕਿਆਂ ਵਿੱਚ ਆਰੰਭ ਕੀਤੀ। ਜਿਉਂ-ਜਿਉਂ ਸਾਜੋ ਸਮਾਨ, ਹਥਿਆਰ ਪੱਤਾ ਅਤੇ ਘੋੜੇ ਹੱਥ ਲੱਗਦੇ ਅਤੇ ਉਹਨਾਂ ਦੀ ਤਾਕਤ ਵੱਧਦੀ ਗਈ, ਉਹਨਾਂ ਨੇ ਆਪਣੀ ਮਾਰ ਦੀ ਹੱਦ ਦੂਰ ਦੇ ਸ਼ਹਿਰਾਂ ਕਸਬਿਆਂ ਤੱਕ ਵਧਾ ਲਈ। ਉਹਨਾਂ ਦੇ ਆ ਪੈਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ ਹੁੰਦਾ। ਦਿਨੇ ਵੀ ਆਣ ਦਰਸ਼ਨ ਦਿੰਦੇ ਸਨ, ਪਰ ਬਹੁਤੀ ਵਾਰੀ ਰਾਤ ਆ ਛਾਪਾ ਮਾਰਦੇ। ਫਿਰ ਕਿਸੇ ਇੱਕ ਥਾਂ ਤੇ ਨਹੀਂ, ਕਈਆਂ ਥਾਵਾਂ ਤੇ ਖਿੱਲਰ ਕੇ ਪੈਂਦੇ। ਉਹ ਹਰ ਤਰ੍ਹਾਂ ਦੇ ਢੰਗ ਅਪਣਾਉਂਦੇ। ਅੱਜ ਇੱਕ ਥਾਂ ਉੱਤੇ ਜਾ ਪਏ, ਉਸ ਨੂੰ ਝਾੜ ਪੂੰਝ ਲਿਆ। ਅਗਲੇ ਦਿਨ 40-50 ਮੀਲ ਦੂਰ ਕਿਸੇ ਥਾਂ ਜਾ ਫਤਿਹ ਗਜਾਈ ਅਤੇ ਉਸ ਦੀ ਸਾਫ਼ ਸਫਾਈ ਕਰ ਦਿੱਤੀ, ਅਤੇ ਪਰਸੋਂ ਇੰਜ ਹੀ ਹੋਰ ਕਿਸੇ ਥਾਂ ਜਾ ਖੜ ਕੇ ਪਿੱਛਾ ਕਰਨ ਵਾਲਿਆਂ ਉੱਤੇ ਘਾਤ ਲਾ ਕੇ ਹਮਲਾ ਕਰਦੇ। ਜਿੱਥੇ ਫੌਜ ਦਾ ਡੇਰਾ ਹੁੰਦਾ, ਉੱਥੇ ਰਾਤ ਨੂੰ ਛਪੋਲ ਮਾਰਦੇ। ਫੌਜ ਵਿੱਚ ਸਾਰੀ ਰਾਤ ਲਾਲਾ ਲਾਲਾ ਹੁੰਦੀ ਰਹਿੰਦੀ। ਦਿਨੇ ਰਾਤ ਕਿਸੇ ਵੇਲੇ 2 ਪਲ ਚੈਨ ਦੇ ਨਾ ਮਿਲਦੇ। ਕਿਸੇ ਨੂੰ ਅਗਾਊਂ ਖਬਰ ਨਾ ਲੱਗਦੀ ਕਿ ਸਿੰਘਾਂ ਦਾ ਅਗਲਾ ਨਿਸ਼ਾਨਾ ਕਿੱਥੇ ਪੈਣਾ ਹੈ। ਜੇ ਕੋਈ ਉਹਨਾਂ ਦੀ ਮੁਖਬਰੀ ਕਰਦਾ ਜਾਂ ਕਿਸੇ ਤਰੀਕੇ ਨਾਲ ਉਹਨਾਂ ਦਾ ਨੁਕਸਾਨ ਕਰਾ ਦਿੰਦਾ ਤਾਂ ਭੌਂਦੇ ਹੀ ਅਸਮਾਨੀ ਬਿਜਲੀ ਵਾਂਗ ਉਸ ਤੇ ਡਿੱਗਦੇ, ਉਸਦੀ ਸਾਰੀ ਫਸਲ ਸਾੜ ਫੂਕ ਦਿੰਦੇ। ਮਾਲ ਡੰਗਰ ਸਭ ਹਿੱਕ ਕੇ ਲੈ ਜਾਂਦੇ ਅਤੇ ਟੱਬਰ ਦੇ ਜੀਅ ਮਾਰ ਮੁਕਾਉਂਦੇ। ਇਸ ਤਰ੍ਹਾਂ ਕਰਨ ਨਾਲ ਲੋਕਾਂ ਵਿੱਚ ਐਸੀ ਦਹਿਸ਼ਤ ਫੈਲੀ ਕਿ ਹੁਣ ਕੋਈ ਵੀ ਅੱਗੇ ਹੋ ਕੇ ਫੌਜ ਦੀ ਸਹਾਇਤਾ ਕਰਨ ਨੂੰ ਤਿਆਰ ਨਹੀਂ ਸੀ ਹੁੰਦਾ। ਇਸ ਸਮੇਂ ਲੁਟੇਰਿਆਂ ਦਾ ਵੀ ਦਾਅ ਫੱਬ ਗਿਆ। ਸਿੱਖਾਂ ਦੇ ਭੇਸ ਵਿੱਚ ਉਹਨਾਂ ਆਮ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਰਸਤਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵੀ ਆਮ ਹੋ ਗਈਆਂ ਅਤੇ ਦੇਸ਼ ਵਿੱਚ ਬਦਅਮਨੀ ਫੈਲ ਗਈ। ਸ਼ਾਹਰਾਹਾਂ ਤੇ ਆਵਾਜਾਈ ਬੰਦ ਹੋ ਗਈ। ਸਿੱਖਾਂ ਨੂੰ ਇਹ ਪ੍ਰਵਾਨ ਨਹੀਂ ਸੀ ਕਿ ਉਹਨਾਂ ਦੇ ਭੇਸ ਵਿੱਚ ਅਤੇ ਉਹਨਾਂ ਦੇ ਨਾਂ ਤੇ ਕੋਈ ਲੁਟੇਰਾ ਆਮ ਲੋਕਾਂ ਨੂੰ ਲੁੱਟੇ। ਉਹਨਾਂ ਦੀ ਟੱਕਰ ਤਾਂ ਸਰਕਾਰ ਨਾਲ ਸੀ, ਜਿਸ ਨੂੰ ਹਰ ਹਾਲਤ ਵਿੱਚ ਬਰਬਾਦ ਕਰਨ ਲਈ ਉਹ ਤੁਲੇ ਹੋਏ ਸਨ। ਲੋਕਾਂ ਦੀ ਲੁੱਟ ਲੁਟੇਰਿਆਂ ਹੱਥੋਂ ਉਹ ਕਿਵੇਂ ਸਹਾਰ ਸਕਦੇ ਸਨ? ਸਰਕਾਰ ਤਾਂ ਲੁਟੇਰਿਆਂ ਦਾ ਕੁਝ ਨਾ ਵਿਗਾੜ ਸਕੀ, ਪਰ ਸਿੰਘਾਂ ਨੇ ਸੂਹਾਂ ਕੱਢ ਕੇ ਲੋਟੂ ਢਾਣੀਆਂ ਫੜ ਕੇ ਕਤਲ ਕੀਤੀਆਂ, ਅਨੇਕਾਂ ਦੇ ਹੱਥ ਪੈਰ ਵੱਢ ਦਿੱਤੇ। ਲੁਟੇਰਿਆਂ ਨੂੰ ਐਸਾ ਸੌਦਾ ਲਾਇਆ ਕਿ ਦਿਨਾਂ ਵਿੱਚ ਹੀ ਰਸਤੇ ਖੁੱਲ੍ਹ ਗਏ। ਜੋ ਸਰਕਾਰ ਨਾ ਕਰ ਸਕੀ, ਸਿੰਘਾਂ ਨੇ ਕਰ ਵਿਖਾਇਆ। ਬਘਿਆੜ ਭੇਡਾਂ ਬੱਕਰੀਆਂ ਤੇ ਭਾਰੂ ਹੈ, ਪਰ ਸ਼ੇਰ ਮੂਹਰੇ ਬੇਵੱਸ ਹੈ। ਲੁਟੇਰਿਆਂ ਦੀ ਇਹੋ ਹਾਲਤ ਹੋਈ। ਅਬਦੁਲ ਸਮਦ ਖਾਂ ਦਲੇਰੇ ਜੰਗ ਸਿੱਖਾਂ ਦੇ ਦਮਨ ਵਿੱਚ ਅਸਫਲ। ਬੰਦਾ ਸਿੰਘ ਬਹਾਦਰ ਦਾ ਗੁਰਦਾਸ ਨੰਗਲ ਦੇ ਘੇਰੇ 'ਚੋਂ ਫੜੇ ਜਾਣਾ ਅਬਦੁਲ ਸਮਦ ਖਾਂ ਲਈ ਬੜੀ ਵੱਡੀ ਜਿੱਤ ਸੀ। ਫੜੇ ਗਏ ਸਾਰੇ ਸਿੰਘਾਂ ਸਮੇਤ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਫਰੰਟੀਅਰ ਨੇ ਸੂਬੇਦਾਰ ਲਾਹੌਰ ਨੂੰ ਤਕੀਦੀ ਹੁਕਮ ਦਿੱਤਾ ਕਿ ਸਿੱਖ ਨਾਮ ਦੀ ਚੀਜ਼ ਦੁਨੀਆ ਦੇ ਤਖਤੇ ਤੋਂ ਨੇਸਤੋ ਨਾਬੂਦ ਕਰ ਦਿੱਤੀ ਜਾਵੇ। ਬਾਦਸ਼ਾਹ ਦਿੱਲੀ ਅਤੇ ਸੂਬੇਦਾਰ ਲਾਹੌਰ ਲਈ ਹੁਣ ਅਮਨ ਦੀਆਂ ਘੜੀਆਂ ਸਨ। ਬਾਹਰੋਂ ਕਿਸੇ ਹਮਲੇ ਦਾ ਕੋਈ ਡਰ ਨਹੀਂ ਸੀ। ਮੁਲਕ ਅੰਦਰ ਵੀ ਅਮਨ ਅਮਾਨ ਸੀ। ਹੁਣ ਸਾਰੀ ਤਵੱਜੋ ਸਿੱਖਾਂ ਦੇ ਮਾਰ ਮੁਕਾਉਣ ਵੱਲ ਕੀਤੀ ਗਈ। ਮੁਲਕ ਵਿੱਚ ਫੈਲੀ ਬਦਅਮਨੀ ਵੀ ਅਲੋਪ ਹੋ ਗਈ। ਲੋਕ ਕੰਮਾਂ ਕਾਰਾਂ ਵਿੱਚ ਰੁੱਝ ਗਏ। ਖੇਤੀਬਾੜੀ ਵੀ ਖੂਬ ਵਧੀ ਫੁੱਲੀ। ਪੰਜਾਬ ਵਿੱਚ ਲਹਿਰ ਬਹਿਰ ਹੋ ਗਈ। ਸਿੱਖ ਵੀ ਮਾਰ ਕੁੱਟ ਕੇ ਪਿੰਡਾਂ ਪੀੜਾਂ ਵਿੱਚੋਂ ਕੱਢ ਦਿੱਤੇ ਗਏ। ਦੇਸ਼ ਵਿੱਚ ਪੂਰੀ ਚੁੱਪ-ਚਾਂ ਨਜ਼ਰ ਆਉਂਦੀ ਸੀ। ਅਬਦੁਲ ਸਮਦ ਖਾਂ ਨੂੰ ਹੁਣ ਕੋਈ ਫਿਕਰ ਚਿੰਤਾ ਨਹੀਂ ਰਹੀ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਸਿੱਖਾਂ ਦਾ ਖਤਰਾ ਉਸ ਨੇ ਬਹੁਤ ਹੱਦ ਤੱਕ ਮੁਕਾ ਦਿੱਤਾ ਸੀ। ਪਰ ਇਹ ਖਾਮੋਸ਼ੀ ਉਸ ਖਾਮੋਸ਼ੀ ਵਰਗੀ ਸੀ ਜੋ ਕਿਸੇ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਹੋਇਆ ਕਰਦੀ ਹੈ। ਇਸ ਨੂੰ ਸਿੱਖਾਂ ਦਾ ਸਮੂਲਚਾ ਸਦੀਵੀ ਖਾਤਮਾ ਸਮਝ ਕੇ ਸੂਬੇਦਾਰ ਲਾਹੌਰ ਅਬਦੁਲ ਸਮਦ ਖਾਂ ਕੁਝ ਢਿੱਲਾ ਪੈ ਗਿਆ। ਅੱਠੇ ਪਹਿਰ ਦੀ ਕਰੜੀ ਨਿਗਰਾਨੀ ਛੱਡ ਕੇ ਸ਼ਿਕਾਰ ਤੇ ਹੋਰ ਸ਼ੁਗਲ ਮੇਲਿਆਂ ਵਿੱਚ ਖਚਿਤ ਹੋ ਗਿਆ। ਉਸ ਦੇ ਵੇਖੋ ਵੇਖੀ ਬਾਕੀ ਅਫਸਰ, ਆਮਿਲ, ਅਹਿਲਕਾਰ ਵੀ ਢਿੱਲੇ ਪੈ ਗਏ। ਰੋਜ਼-ਰੋਜ਼ ਦੀ ਗਸ਼ਤ ਵੀ ਰੁਕ ਗਈ। ਸਿੱਖਾਂ ਵਾਸਤੇ ਇਹੋ ਜਿਹਾ ਮੌਕਾ ਬੜਾ ਅਨੁਕੂਲ ਸੀ। ਫਿਰ ਉੱਠੇ ਅਤੇ ਮਾਰ ਧਾੜ ਦਾ ਬਾਜ਼ਾਰ ਗਰਮ ਹੋ ਗਿਆ। ਸਾਰੇ ਦੇਸ਼ ਵਿੱਚ ਸਿਰਿਓਂ ਸਿਰੀ ਅੱਜ ਇੱਥੇ ਪਏ, ਕੱਲ੍ਹ ਉੱਥੇ ਪਏ ਅਤੇ ਚਰਚੇ ਹੋਰ ਵਧਣ ਲੱਗੇ। ਕਨ੍ਹਈਆ ਲਾਲ ਕਹਿੰਦਾ ਹੈ ਕਿ ਸਿੱਖ ਆਪਣੀਆਂ ਸਰਕਾਰ ਵਿਰੋਧੀ ਕਾਰਵਾਈਆਂ ਵਿੱਚ ਇੰਨੇ ਦੀਦਾ ਦਲੇਰ ਹੋ ਗਏ ਕਿ ਦਿਨ ਦੀ ਵੀ ਨਗਰਾਂ ਅਤੇ ਸ਼ਹਿਰਾਂ ਵਿੱਚ ਆਣ ਵੜਦੇ ਅਤੇ ਦੁਕਾਨਾਂ ਬਾਜ਼ਾਰਾਂ ਲੁੱਟ-ਪੁੱਟ, ਮਾਲ ਘੋੜਿਆਂ ਉੱਤੇ ਰੱਖ ਕੇ ਵੇਖਦਿਆਂ ਵੇਖਦਿਆਂ ਹੀ ਹਵਾ ਹੋ ਜਾਂਦੇ। ਨਦੀ ਨਾਲਿਆਂ ਦੇ ਕੰਢੇ, ਧੋਬੀ ਘਾਟ ਅਤੇ ਖੂਹਾਂ ਤੇ ਧੁੱਪ ਦੇ ਕੱਪੜੇ
ਖੋਹ ਖਿੰਝ ਕੇ ਲੈ ਜਾਂਦੇ। ਚੌਧਰੀਆਂ, ਨੰਬਰਦਾਰਾਂ ਅਤੇ ਸਰਕਾਰੀ ਹਮਾਇਤੀਆਂ ਦੇ ਡੇਰੇ ਤੇ ਪਸ਼ੂਆਂ ਵਾਲੇ ਵਾੜੇ ਉਹਨਾਂ ਦੇ ਖਾਸ ਨਿਸ਼ਾਨੇ ਬਣਦੇ। ਲਵੇਰੀਆਂ, ਮੱਝਾਂ, ਗਾਵਾਂ ਅਤੇ ਵਧੀਆ ਘੋੜੇ ਘੋੜੀਆਂ ਖੋਲ੍ਹ ਕੇ ਦੂਰ ਦੁਰਾਡੇ ਜੰਗਲਾਂ, ਬੇਲਿਆਂ ਜਾਂ ਛੰਮਾਂ ਵਿਖੇ, ਜਿੱਥੇ ਉਹਨਾਂ ਦੇ ਲੁਕਣ ਥਾਂ ਹੁੰਦੇ ਸਨ, ਲੈ ਜਾਂਦੇ। ਇਉਂ ਇਹ ਕੱਪੜੇ ਲੱਤੇ ਅਤੇ ਆਪਣੀ ਖਾਦ ਖੁਰਾਕ ਦਾ ਪ੍ਰਬੰਧ ਕਰ ਲੈਂਦੇ। ਇਸ ਤਰ੍ਹਾਂ ਮੱਚੀ ਹਾਹਾਕਾਰ ਦੀਆਂ ਖਬਰਾਂ ਨਿੱਤ ਦਿਹਾੜੀ ਦਿੱਲੀ ਬਾਦਸ਼ਾਹ ਨੂੰ ਪੁੱਜਣ ਲੱਗੀਆਂ। ਮੁਹੰਮਦ ਸ਼ਾਹ ਨੇ ਅਬਦੁਸਮਦ ਖਾਂ ਨੂੰ ਸਖਤ ਤਾੜਨਾ ਕੀਤੀ ਕਿ ਇਸ ਬਦਅਮਨੀ ਤੇ ਕਾਬੂ ਪਾਇਆ ਜਾਵੇ, ਪਰ ਉਸ ਤੋਂ ਸਰਿਆ ਕੁਝ ਨਾ। ਹਾਲਤ ਅੱਗੇ ਨਾਲੋਂ ਵੀ ਭੈੜੀ ਹੋ ਗਈ। ਜ਼ਕਰੀਆ ਖਾਂ ਲਾਹੌਰ ਦਾ ਗਵਰਨਰ ਬਣਿਆ। ਪੰਜਾਬ ਵਿੱਚ ਸਿੱਖਾਂ ਵੱਲੋਂ ਕੀਤੀ ਜਾ ਰਹੀ ਉਥਲ-ਪੁਥਲ ਦੀਆਂ ਨਿੱਤ ਦਿਹਾੜੀ ਦੀਆਂ ਸ਼ਿਕਾਇਤਾਂ ਤੋਂ ਬਾਦਸ਼ਾਹ ਦੁਖੀ ਸੀ। ਪੰਜਾਬ ਦਾ ਗਵਰਨਰ ਤਾਂ ਬਿਲਕੁਲ ਲਮਲੇਟ ਹੋਇਆ ਪਿਆ ਸੀ। ਦੋਹਾਂ ਪਿਓ ਪੁੱਤਾਂ ਵਿਚਕਾਰ, ਭਾਵ ਆਪਣੇ ਪੁੱਤਰ ਜ਼ਕਰੀਆ ਖਾਨ ਨਾਲ ਵੀ ਉਸਦੀ ਇਕਸੁਰਤਾ ਨਹੀਂ ਸੀ। ਜ਼ਕਰੀਆ ਖਾਨ ਤਾਂ ਇੱਕ ਯੋਗ ਪ੍ਰਬੰਧਕ ਸੀ ਅਤੇ ਸਿੱਖਾਂ ਦਾ ਡਾਢਾ ਜਾਨੀ ਦੁਸ਼ਮਣ। ਪਹਿਲਾਂ ਇਹ 1713 ਈਸਵੀ ਤੋਂ 1720 ਤੱਕ ਜੰਮੂ ਦਾ ਅਤੇ ਫਿਰ 1720 ਈਸਵੀ ਤੋਂ ਲੈ ਕੇ 1726 ਈਸਵੀ ਤੱਕ ਕਸ਼ਮੀਰ ਦਾ ਗਵਰਨਰ ਰਿਹਾ ਚੁੱਕਾ ਸੀ। ਦੋਹਾਂ ਪ੍ਰਾਂਤਾਂ ਵਿੱਚ ਇਸ ਨੇ ਅਮਨ ਅਮਾਨ ਰੱਖਿਆ ਅਤੇ ਇਸ ਨੂੰ ਕਾਮਯਾਬ ਅਫਸਰ ਮੰਨਿਆ ਜਾਂਦਾ ਸੀ। ਇਹ ਦਿੱਲੀ ਦੇ ਵੱਡੇ ਵਜ਼ੀਰ ਕਮਰੁਦੀਨ ਖਾਨ ਦੀ ਭੈਣ ਨਾਲ ਵਿਆਹਿਆ ਹੋਇਆ ਸੀ। ਗੁਰਦਾਸ ਨੰਗਲ ਦੇ ਘੇਰੇ ਵੇਲੇ ਇਸ ਨੇ ਆਪਣੀ ਲਿਆਕਤ ਅਤੇ ਬਹਾਦਰੀ ਦਾ ਦਿੱਲੀ ਦਰਬਾਰ ਨੂੰ ਚੰਗਾ ਸਬੂਤ ਦਿੱਤਾ ਸੀ। ਇਸ ਦੀ ਲਾਹੌਰ ਦਾ ਗਵਰਨਰ ਬਣਨ ਦੀ ਚਿਰੋਕਣੀ ਖਾਹਿਸ਼ ਸੀ। ਇਹ ਦਿੱਲੀ ਗਿਆ ਅਤੇ ਆਪਣੇ ਵੱਡੇ ਸਾਲੇ ਵਜ਼ੀਰ ਦੇ ਰਸੂਖ ਨਾਲ ਬਾਦਸ਼ਾਹ ਤੱਕ ਰਸਾਈ ਕੀਤੀ ਅਤੇ ਅਰਜ਼ੀ ਦਿੱਤੀ ਕਿ ਉਸ ਨੂੰ ਪੰਜਾਬ ਦੀ ਸੂਬੇਦਾਰੀ ਦੇ ਦਿੱਤੀ ਜਾਵੇ ਤਾਂ ਉਹ ਸਿੱਖਾਂ ਨੂੰ ਕੁਚਲ ਕੇ ਬਿਲਕੁਲ ਅਮਨ ਕਾਇਮ ਕਰ ਦੇਵੇਗਾ। ਬਾਦਸ਼ਾਹ ਤਾਂ ਅਬਦੁਸਮਦ ਖਾਂ ਤੋਂ ਪਹਿਲਾਂ ਹੀ ਚੜਿਆ ਹੋਇਆ ਸੀ। ਵਜ਼ੀਰ ਦੀ ਸਿਫਾਰਿਸ਼ ਨੇ ਹੋਰ ਵੀ ਅਸਰ ਕੀਤਾ ਅਤੇ ਜ਼ਕਰੀਆ ਖਾਨ ਦੇ ਨਾਂ 1726 ਈਸਵੀ ਨੂੰ ਲਾਹੌਰ ਦੀ ਸੂਬੇਦਾਰੀ ਸਨਦ ਜਾਰੀ ਹੋ ਗਈ। ਬਾਦਸ਼ਾਹ ਨੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇੱਕ ਸੂਬਾ ਲਾਹੌਰ ਅਤੇ ਦੂਸਰਾ ਮੁਲਤਾਨ। ਅਬਦੁਸਮਦ ਖਾਨ ਨੂੰ ਮੁਲਤਾਨ ਦੀ ਗਵਰਨਰੀ ਦੇ ਦਿੱਤੀ ਗਈ। ਜ਼ਕਰੀਆ ਖਾਨ ਨੂੰ ਲਾਹੌਰ ਦੀ ਗਵਰਨਰੀ ਦੇ ਨਾਲ ਬਾਦਸ਼ਾਹ ਵੱਲੋਂ ਖਾਨ ਬਹਾਦਰ ਦਾ ਖਿਤਾਬ ਵੀ ਦਿੱਤਾ ਗਿਆ। ਇਤਿਹਾਸ ਵਿੱਚ ਇਹ ਇਸੇ ਨਾਂ ਨਾਲ ਪ੍ਰਸਿੱਧ ਹੈ। ਇਹ 1726 ਈਸਵੀ ਤੋਂ ਲੈ ਕੇ ਜੁਲਾਈ 1745 ਤੱਕ ਲਾਹੌਰ ਦਾ ਗਵਰਨਰ ਰਿਹਾ। ਅਬਦੁਸਮਦ ਖਾਨ ਜਦ 1737 ਈਸਵੀ ਵਿੱਚ ਮੁਲਤਾਨ ਵਿਖੇ ਮਰ ਗਿਆ ਤਾਂ ਮੁਲਤਾਨ ਦੀ ਗਵਰਨਰੀ ਵੀ ਜ਼ਕਰੀਆ ਖਾਨ ਦੇ ਨਾਂ ਕਰ ਦਿੱਤੀ ਗਈ। ਜ਼ਕਰੀਆ ਖਾਨ ਦੇ ਦੌਰ ਵਿੱਚ ਹਕੂਮਤੀ ਜ਼ਬਰ। ਜ਼ਕਰੀਆ ਖਾਨ ਬੜੀ ਸਖਤ ਤਬੀਅਤ ਦਾ ਹਾਕਮ ਸੀ। ਜੰਮੂ ਅਤੇ ਕਸ਼ਮੀਰ ਦੀ ਸੂਬੇਦਾਰੀ ਵੇਲੇ ਉਸ ਨੇ ਐਸਾ ਪ੍ਰਬੰਧ ਕੀਤਾ ਸੀ ਕਿ ਕਿਸੇ ਨੂੰ ਸਿਰ ਨਾ ਚੁੱਕਣ ਦਿੱਤਾ। ਉਹ ਸਫਲ ਅਨੁਸ਼ਾਸਨੀ ਅਫਸਰ ਮੰਨਿਆ ਜਾਂਦਾ ਸੀ। ਇਹ ਆਪਣੇ ਪਿਓ ਵਾਂਗ ਆਲਸੀ ਅਤੇ ਔਖ ਵੇਲੇ ਜੀ ਚਰਾਉਣ ਵਾਲਾ ਸ਼ਖਸ ਨਹੀਂ ਸੀ। ਲਾਹੌਰ ਦੀ ਸੂਬੇਦਾਰੀ ਇਸ ਨੇ ਮੂੰਹੋਂ ਮੰਗ ਕੇ ਲਈ ਸੀ। ਪਹਿਲਾਂ ਸੁਣਦਾ ਸੀ ਅਤੇ ਫਿਰ ਬੰਦਾ ਸਿੰਘ ਵੇਲੇ ਸਿੱਖਾਂ ਦੇ ਹੱਥ ਵੇਖ ਚੁੱਕਿਆ ਸੀ। ਉਸ ਨੇ ਸਿੱਖਾਂ ਨੂੰ ਕਤਈ ਤੌਰ ਤੇ ਦੁਨੀਆ ਚੋਂ ਮੁਕਾ ਦੇਣ ਦੀ ਧਾਰ ਲਈ। ਆਪਣੇ ਪਿਓ ਵੇਲੇ ਹੀ ਸਿੱਖਾਂ ਵਿਰੁੱਧ ਲਾਈ ਫੌਜ ਨੂੰ ਨਵੇਂ ਸਿਰਿਓਂ ਮਜ਼ਬੂਤ ਲੀਹਾਂ ਤੇ ਲਾਮਬੰਦ ਕੀਤਾ ਅਤੇ ਹੋਰ ਨਵੀਂ ਭਰਤੀ ਕਰਕੇ ਇਸ ਦੀ ਗਿਣਤੀ 20,000 ਕਰ ਦਿੱਤੀ। ਅੱਧੀ ਫੌਜ ਤਾਂ ਲਾਹੌਰ ਰੱਖੀ ਅਤੇ ਅੱਧੀ ਨੂੰ 10 ਹਿੱਸਿਆਂ ਵਿੱਚ ਵੰਡ ਕੇ ਪ੍ਰਾਂਤ ਦੇ ਵੱਖ-ਵੱਖ ਥਾਵਾਂ ਤੇ ਤੈਨਾਤ ਕਰ ਦਿੱਤਾ। ਇਹਨਾਂ ਨੂੰ ਤੇਜ਼ ਰਫ਼ਤਾਰ ਘੋੜੇ, ਊਠ ਅਤੇ ਊਠਾਂ ਦੇ ਬੀੜੀਆਂ ਜਾਣ ਵਾਲੀਆਂ ਛੋਟੀਆਂ ਹੌਲੀਆਂ ਤੋਪਾਂ ਨਾਲ ਲੈਸ ਕੀਤਾ। ਇਹਨਾਂ 10 ਜਥਿਆਂ ਨੂੰ ਹੁਕਮ ਸੀ ਕਿ ਜਿੱਥੇ ਕਿਤੇ ਸਿੱਖ ਨਜ਼ਰ ਆਉਣ, ਤੇਜ਼ੀ ਨਾਲ ਕੂਚ ਕਰਕੇ ਉਹਨਾਂ ਉੱਤੇ ਟੁੱਟ ਪੈਣ ਅਤੇ ਕੈਦ ਕਰਕੇ ਲਾਹੌਰ ਪਹੁੰਚਾ ਦਿਆ ਕਰਨ। ਦਿਨ ਰਾਤ ਮੁਲਕ ਭਰ ਵਿੱਚ ਫੇਰਾ ਤੋਰਾ ਰੱਖਣ, ਸਿੱਖਾਂ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ। ਇਸ ਫੌਜ ਦਾ ਨਾਂ ਗਸ਼ਤੀ ਫੌਜ ਸੀ, ਭਾਵ ਤੁਰੀ ਫਿਰਨ ਵਾਲੀ ਫੌਜ ਜੋ ਹਰ ਸਮੇਂ ਹਰਕਤ ਵਿੱਚ ਰਹਿੰਦੀ ਸੀ। ਲਾਹੌਰ ਵਿੱਚ ਰੱਖੀ ਗਈ ਬਾਕੀ ਅੱਧੀ ਫੌਜ ਹਮੇਸ਼ਾ ਤਿਆਰ ਰਹਿੰਦੀ ਸੀ ਅਤੇ ਜਿੱਧਰ ਲੋੜ ਪੈਂਦੀ ਸਿੱਖਾਂ ਵਿਰੁੱਧ ਝੋਕ ਦਿੱਤੀ ਜਾਂਦੀ। ਖਾਨ ਬਹਾਦਰ ਨੇ ਬੜੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਅਮਨ ਅਮਾਨ ਅਤੇ ਆਪਣਾ ਰੋਹਬ-ਦਾਬ ਕਾਇਮ ਕਰ ਲਿਆ। ਸਿੱਖਾਂ ਤੇ ਇੰਨੀ ਸਖਤੀ ਕੀਤੀ ਕਿ ਸਭ ਘਰ-ਘਾਟ ਛੱਡ ਕੇ ਜੰਗਲਾਂ ਅਤੇ ਪਹਾੜਾਂ ਦੀਆਂ ਖੱਡਾਂ ਵਿੱਚ ਜਾ ਲੁਕੇ। ਸਿੱਖਾਂ ਉੱਤੇ ਇਹ ਬੜੀ ਔਖ ਦਾ ਸਮਾਂ ਸੀ, ਪਰ ਇਸ ਸਖਤੀ ਨੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਥਾਂ ਮਜ਼ਬੂਤ ਕੀਤਾ। ਉਹ ਸਮਝਦੇ ਸਨ ਕਿ ਢੇਰੀ ਢਾਹ ਕੇ ਬੈਠਿਆਂ ਦੁਸ਼ਮਣ ਸਰਕਾਰ ਛੱਡੇਗੀ ਨਹੀਂ, ਮੈਦਾਨ ਵਿੱਚ ਨਿਕਲ ਕੇ ਜੂਝਣਾ ਪਵੇਗਾ। ਜਿਸ ਨੇ ਵੀ ਕੁਝ ਪਾਇਆ ਹੱਥ ਹਿਲਾ ਕੇ ਪਾਇਆ। ਭੌਂ ਭਾਂਡਾ ਤਾਂ ਉਹਨਾਂ ਪਾਸ ਹੈ ਕੋਈ ਨਹੀਂ ਸੀ। ਹਾਂ, ਦ੍ਰਿੜਤਾ, ਹੱਠ, ਅਕਾਲ ਪੁਰਖ ਤੋਂ ਬਾਅਦ ਸਵੈ ਭਰੋਸਾ, ਉਦਮ, ਬਾਹੂਬਲ,
ਭੁੱਖ, ਤ੍ਰੇਹ, ਜਰਨ ਅਤੇ ਸਬਰ ਸੰਤੋਖ ਦੀ ਅਮੁੱਕ ਦੌਲਤ ਨਾਲ ਮਾਲਾਮਾਲ ਸਨ। ਜਿਸ ਮਾਂ ਦੇ ਜਣੇ ਮੁਗਲ ਬੱਚੇ ਸਿੰਘਾਂ ਨੂੰ ਮਾਰ ਮੁਕਾਉਣ ਦੇ ਦਮਗਜੇ ਪਾਈ ਫਿਰਦੇ ਸਨ, ਉਹਨਾਂ ਨੂੰ ਸੁਣ ਕੇ ਭੈ ਭੀਤ ਹੋਣ ਦੀ ਥਾਂ ਉਸ ਤੋਂ ਉੱਚੀ ਅਤੇ ਕਰੜਵੀਂ ਆਵਾਜ਼ ਵਿੱਚ ਵੰਗਾਰਵਾਂ ਨਾਅਰਾ ਮਾਰਿਆ। ਸਿੰਘਾਂ ਦੇ ਬਾਲ ਬੱਚੇ ਨੂੰ ਗੁਲਾਮ ਲੌਡੀਆਂ ਬਣਾ ਲੈਣ ਦੇ ਦੁੱਕੇ ਬੀੜੀ ਫਿਰਦੇ ਸਨ। ਜਵਾਬ ਵਿੱਚ ਸਿੰਘਾਂ ਦੀ ਲਲਕਾਰ ਇਸ ਪ੍ਰਕਾਰ ਸੀ, ਸੁਣ ਲੈ ਆਪ ਤੂੰ ਮੁਗਲਾਂ ਦੀ ਮਾਈ, ਆਣ ਢੁੱਕੇ ਨੇ ਬੁੱਕ ਦੇ ਤੇਰੇ ਸਿੰਘ ਜਵਾਈ। ਸੁਣ ਲੈ ਤੂੰ ਵੀ ਮੁਗਲਾਂ ਦੀਏ ਭੈਣੇ, ਖੋ ਖਜ਼ਾਨੇ ਖੜਾਂਗੇ ਨਾਲੇ ਤੇਰੇ ਗਹਿਣੇ। ਮੁਗਲਾਂ ਨੇ ਅਤਿਆਚਾਰਾਂ ਕਰਨ ਵਿੱਚ ਹੱਦ ਮੁਕਾ ਦਿੱਤੀ। ਸਿੰਘਾਂ ਮੁਗਲਾਂ ਦੀ ਟੈਂ ਨੂੰ ਛਿੱਤਰ ਦੀ ਨੋਕ ਤੇ ਵੀ ਨਾ ਲਿਆ। ਮੁਗਲੀਆ ਸਰਕਾਰ ਦੇ ਜਬਰ ਜ਼ੁਲਮ ਦੀਆਂ ਕਾਂਗਾਂ ਚੜ੍ਹ ਗਈਆਂ। ਸਿੰਘਾਂ ਦੀ ਪਿਆਰੀ ਜਨਮ ਭੂਮੀ ਮਾਝਾ, ਪੰਜਾਬ ਦਾ ਜਿਗਰ, ਹਠੀਲੇ ਬਹਾਦਰਾਂ ਅਤੇ ਸਿਰਲੱਥ ਸ਼ਾਹ ਸਵਾਰਾਂ ਦੀ ਪਾਕ ਧਰਤੀ ਤਬਾਹ ਬਰਬਾਦ ਕਰ ਦਿੱਤੀ ਗਈ। ਪਰ ਸਿੰਘਾਂ ਦਾ ਸਾਹਸ ਅਤੇ ਦ੍ਰਿੜਤਾ ਚਟਾਨ ਵਾਂਗ ਅਹਿੱਲ ਖੜੇ ਸਨ। ਫਿਰਤਾ ਹੈ ਸੈਲੇ ਹਵਾਦਿਸ ਸੇ ਕੋਈ ਮਰਦੋਂ ਕਾ ਮੂੰਹ, ਸ਼ੇਰ ਸੀਧਾ ਤੈਰਤਾ ਹੈ ਵਕਤ ਏ ਰਫਤਾਨ ਆਬ ਮੇਂ। ਅਰਥਾਤ ਸੰਸਾਰ ਦੀਆਂ ਭਿਆਨਕ ਮੁਸੀਬਤਾਂ ਅਤੇ ਦੂਰ ਘਟਨਾਵਾਂ ਸੂਰਮਿਆਂ ਦਾ ਮੂੰਹ ਨਹੀਂ ਭੁਆ ਸਕਦੀਆਂ। ਦਰਿਆ ਦੀ ਤੇਜ਼ ਧਾਰ ਨੂੰ ਪਾਰ ਕਰਨ ਸਮੇਂ ਸ਼ੇਰ ਸਿੱਧਾ ਨੱਕ ਦੀ ਸੇਧ ਦੂਜੇ ਕੰਢੇ ਲੱਗਦਾ ਹੈ। ਤੇਜ਼ ਵਹਿਣ ਉਸ ਨੂੰ ਆਪਣੇ ਨਾਲ ਨਹੀਂ ਵਹਾ ਸਕਦਾ। ਸਿੰਘਾਂ ਨੇ ਕੋਈ ਐਸਾ ਸ਼ਬਦ ਜ਼ੁਬਾਨ ਤੇ ਨਹੀਂ ਆਉਣ ਦਿੱਤਾ ਜੋ ਕਿਸੇ ਵੀ ਕਿਸਮ ਦੀ ਮਾਨਸਿਕ ਕਮਜ਼ੋਰੀ ਦਾ ਲਖਾਇਕ ਹੋਵੇ। ਹਰ ਬੋਲ ਚੜ੍ਹਦੀ ਕਲਾ ਵਾਲਾ ਅਤੇ ਆਪਣੀ ਜਿੱਤ ਦਾ ਸੂਚਕ। ਅਤੀ ਮੁਸੀਬਤ ਦੀਆਂ ਘੜੀਆਂ ਵਿੱਚ ਵੀ ਖੁਸ਼ ਸਦੀਵੀ ਖੁਸ਼ੀ ਉਹਨਾਂ ਦੇ ਜੀਵਨ ਦਾ ਉੜਨਾ ਵਿਛਾਉਣਾ ਬਣ ਗਿਆ। ਭੁੱਖ ਨਾਲ ਨਿਢਾਲ ਸਿੰਘ ਪੁੱਛਣ ਤੇ ਕਹਿੰਦਾ, 4 ਦਿਨਾਂ ਤੋਂ ਕੜਾਕੇ ਦਾ ਪਹਿਰਾ ਹੈ, ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੈ। ਮੌਤ ਦਾ ਤਾਂ ਸੋਗ ਵੀ ਨਹੀਂ ਮੰਨਿਆ। ਸਿੰਘ ਚੜ੍ਹਾਈ ਕਰ ਗਿਆ, ਅਕਾਲ ਚਲਾਣਾ ਕਰ ਗਿਆ, ਫਤਿਹ ਗਜਾ ਗਿਆ, ਗੁਰੂ ਚਰਨਾਂ ਵੱਲ ਵਹੀਰ ਘੱਤ ਗਿਆ। ਮੁਗਲ ਤਾਕਤ ਨੂੰ ਉਹ ਤੁੱਛ ਸਮਝਦੇ ਸਨ। ਆਪਣੇ ਵੱਲੋਂ ਉਹ ਵੈਰੀ ਅਤੇ ਰੋਜ਼ ਹੀ ਘੋਰ ਗੋਲਾਬਾਰੀ ਕਰਦੇ ਸਨ ਅਤੇ ਕਰਦੇ ਹਨ। ਖਾਨ ਬਹਾਦਰ ਨੇ ਸਿੱਖਾਂ ਉੱਤੇ ਸਿਖਰ ਦੀ ਸਖਤੀ ਆਰੰਭ ਦਿੱਤੀ। ਸਿੱਖਾਂ ਨੂੰ ਮਾਰ ਮੁਕਾਉਣ ਲਈ ਵੱਡੇ ਵੱਡੇ ਇਨਾਮ ਐਲਾਨੇ ਗਏ। ਜਿੱਥੇ ਕੇਸਾਧਾਰੀ ਸਿੱਖ ਨੂੰ ਵੇਖੋ ਥਾਂ ਤੇ ਮਾਰ ਦਿਓ ਜਾਂ ਫੜ ਕੇ ਲਾਹੌਰ ਪਹੁੰਚਾਓ। ਇਹ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਤਾਕੀਦੀ ਹੁਕਮ ਸੀ। ਨੰਬਰਦਾਰਾਂ ਅਤੇ ਚੌਧਰੀਆਂ ਪਾਸੋਂ ਲਿਖਤਾਂ ਲਈਆਂ ਗਈਆਂ ਕਿ ਉਹ ਆਪਣੇ ਪਿੰਡਾਂ ਵਿੱਚ ਕਿਸੇ ਸਿੱਖ ਨੂੰ ਨਹੀਂ ਵੜਨ ਦੇਣਗੇ। ਉਹਨਾਂ ਨਾਲ ਹਮਦਰਦੀ ਕਰਨ ਵਾਲੇ ਦਾ ਵੀ ਉਹੋ ਜਿਹਾ ਹੀ ਮਾੜਾ ਹਸ਼ਰ ਹੋਵੇਗਾ ਜਿਹੋ ਜਿਹਾ ਸਿੱਖਾਂ ਦਾ। ਮੁਖਬਰਾਂ ਨੂੰ ਖਾਸ ਤੌਰ ਤੇ ਹੱਲਾਸ਼ੇਰੀ ਅਤੇ ਇਨਾਮ ਦਿੱਤੇ ਜਾਂਦੇ ਅਤੇ ਉਹ ਹਰ ਸਮੇਂ ਸਿੰਘਾਂ ਦਾ ਸ਼ਿਕਾਰ ਖੇਡਣ ਲਈ ਕੁੱਤਿਆਂ ਵਾਂਗ ਆਲਾ ਦੁਆਲਾ ਸੁੰਘਦੇ ਫਿਰਦੇ। ਜਦ ਕੋਈ ਸਿੰਘ ਭੇਸ ਵਿੱਚ ਪਿੰਡ ਦੀ ਜੂਹ ਅੰਦਰ ਕਿਸੇ ਝਿੜੀ ਜਾਂ ਬਾਗ ਵਿੱਚ ਦਿਸ ਪੈਂਦਾ ਤਾਂ ਸਾਰੇ ਪਿੰਡ ਵਿੱਚ ਰੌਲਾ ਪੈ ਜਾਂਦਾ, ਸਿੰਘ ਫਿਰਦਾ ਜੇ, ਨਿਕਲੋ ਭੱਜੋ, ਤਕੜੇ ਹੋ ਕੇ ਘੇਰੋ, ਫੜ ਲਵੋ, ਜਾਵੇ ਨਾ। ਸਭ ਛੋਟੇ ਵੱਡੇ ਡਾਂਗਾਂ, ਸੋਟੇ, ਤਲਵਾਰਾਂ ਲੈ ਕੇ ਅਤੇ ਨੇਜੇ ਲੈ ਕੇ ਉਸ ਪਾਸੇ ਦੌੜ ਪੈਂਦੇ। ਸਿੰਘਾਂ ਟੱਬਰ ਟੋਰ ਲੈ ਕੇ ਉਹਨਾਂ ਥਾਵਾਂ ਤੇ ਟਿਕਾਣੇ ਮੱਲੇ ਜਿੱਥੇ ਗਸ਼ਤੀ ਫੌਜ ਪੋਲੇ ਪੈਰੀਂ ਪਹੁੰਚ ਨਹੀਂ ਸੀ ਸਕਦੀ ਅਤੇ ਜੇ ਕੋਈ ਹੱਠ ਕਰਕੇ ਅਪੜ ਵੀ ਜਾਵੇ ਤਾਂ ਉਹ ਉਹਨਾਂ ਦੀ ਮਾਰ ਤੋਂ ਸੁੱਕਾ ਬਚ ਕੇ ਨਾ ਪਰਤਦਾ। ਪਹਾੜਾਂ ਦੀਆਂ ਡੂੰਘੀਆਂ ਖੱਡਾਂ, ਗਾਰਾਂ ਅਤੇ ਡਰਾਉਣੀਆਂ ਕੰਦਰਾਂ ਜੋ ਪਾੜ ਖਾਵੇ ਜੀਵਾਂ ਅਤੇ ਜ਼ਹਿਰੀਲੇ ਜਾਨਵਰਾਂ ਨਾਲ ਭਰਪੂਰ ਸਨ, ਉਹਨਾਂ ਦੇ ਵਿਸਰਾਮ ਅਸਥਾਨ ਹੁੰਦੇ ਸਨ। ਸ਼ੇਰਾਂ ਚੀਤਿਆਂ ਤੋਂ ਸ਼ੇਰਾਂ ਚੀਤਿਆਂ ਨੂੰ ਕੀ ਡਰ। ਮੁਗਲ ਫੌਜਾਂ ਰਾਤ ਨੂੰ ਤਾਂ ਕੀ ਦਿਨੇ ਵੀ ਇੱਧਰ ਮੂੰਹ ਨਾ ਕਰਦੀਆਂ। ਸਿੰਘਾਂ ਅੰਦਰ ਬੱਬਰ ਸ਼ੇਰਾਂ ਵਰਗੀ ਗੰਭੀਰਤਾ ਤੇ ਦਲੇਰੀ, ਸ਼ੇਰਾਂ ਵਰਗੀ ਨਿਰਭੈਤਾ ਠਾਠਾ ਮਾਰਦੀ ਸੀ। ਉਹਨਾਂ ਦੇ ਚਟਾਨਾਂ ਵਰਗੇ ਮਜ਼ਬੂਤ ਹੌਸਲੇ ਸਨ। ਡਾਢੇ ਦੁੱਖ ਤਕਲੀਫਾਂ, ਮੁਸੀਬਤਾਂ, ਸਿਰੇ ਦੀ ਥੁੜ, ਸਰੀਰਕ ਕਸ਼ਟਾਂ, ਤਾਪ ਸਰਾਪ ਆਦਿ ਦਾ ਉਹਨਾਂ ਤੇ ਮੂਲੋਂ ਕੋਈ ਅਸਰ ਨਹੀਂ ਸੀ। ਕੁਤਬੀ ਤਾਰੇ ਵਾਂਗ ਅਹਿੱਲ ਉਹ ਆਪਣੇ ਇਰਾਦੇ ਤੇ ਪਹਿਰਾ ਦੇਣ ਵਾਲੇ, ਹਰ ਹਾਲਤ ਵਿੱਚ ਅਡੋਲ ਅਤੇ ਆਪਣੀ ਅਣਖ ਆਬਰੂ ਲਈ ਮਰ ਮਿਟਣ ਵਾਲੇ। ਦੁਸ਼ਮਣ ਲਈ ਸ਼ੇਰ, ਚੀਤੇ ਅਤੇ ਫਣੀਅਰ ਸੱਪ
ਪਰ ਆਪਣੇ ਹਮਦਰਦ ਅਤੇ ਸੱਜਣਾਂ ਲਈ ਅਤੀ ਨਰਮ, ਸ਼ੀਤਲ ਅਤੇ ਠੰਡੇ ਸੁਭਾਅ ਵਾਲੇ। ਉਹਨਾਂ ਦੇ ਡੁੱਲੇ ਪਸੀਨੇ ਖਾਤਰ ਆਪਣਾ ਖੂਨ ਵਗਾ ਦੇਣਾ ਉਹਨਾਂ ਦੀ ਜ਼ਿੰਦਗੀ ਦਾ ਕਮਾਲ ਸੀ। ਉਹ ਛਾਤੀ ਤਾਣ ਕੇ, ਸਿਰ ਉੱਚਾ ਕਰਕੇ ਵਿਚਰਦੇ ਰਹੇ। ਕਿਸੇ ਮਾੜੇ ਮੁਗਲ ਮੂਹਰੇ ਅੱਖ ਨੀਵੀਂ ਨਹੀਂ ਕੀਤੀ। ਹਕੂਮਤ ਦੇ ਮੁਕਾਬਲੇ 'ਤੇ ਉਹ ਕਦੀ ਆਪਣੇ ਆਪ ਨੂੰ ਹਕੀਰ ਜਾਂ ਕੰਗਾਲ ਨਹੀਂ ਸਮਝਿਆ। ਉਹਨਾਂ ਨੂੰ ਪੂਰਨ ਭਰੋਸਾ ਸੀ ਵਾਹਿਗੁਰੂ ਅਤੇ ਫਿਰ ਆਪਣੇ ਬਾਹੂਬਲ ਉੱਤੇ ਕਿ ਇੱਕ ਦਿਨ ਉਹਨਾਂ ਇਸ ਜਾਬਰ ਅਤੇ ਜ਼ਾਲਮ ਸਰਕਾਰ ਨੂੰ ਡੂੰਘੀ ਪਾਣੀ ਗਰਕ ਕਰ ਦੇਣਾ ਹੈ। ਜੇ ਸ਼ਹਿਰ ਨਗਰਾਂ ਉੱਤੇ ਮੁਗਲ ਰਾਜ ਦਾ ਝੰਡਾ ਝੂਲਦਾ ਸੀ ਤਾਂ ਜੰਗਲਾਂ, ਬੇਲਿਆਂ, ਜੂਹਾਂ ਵਿੱਚ ਉਹਨਾਂ ਦਾ ਬੋਲਬਾਲਾ ਸੀ। ਦਿਨੇ ਰਾਤ ਮੁਗਲ ਸਰਕਾਰ ਦਾ ਅਤੇ ਰਾਤ ਸਮੇਂ ਬਾਦਸ਼ਾਹੀ ਖਾਲਸੇ ਦੀ ਲੋੜ ਹੁੰਦੀ ਸੀ। ਗਸ਼ਤੀ ਫੌਜ ਦਿਨ ਰਾਤ ਸਿੱਖਾਂ ਦੀ ਭਾਲ ਵਿੱਚ ਤੁਰੀ ਫਿਰਦੀ। ਰੋਜ਼ ਹੀ ਝੜਪਾਂ ਹੁੰਦੀਆਂ। ਫੌਜ ਦੇ ਵੱਡੇ ਸਹਾਇਕ ਮੁਖਬਰ ਅਤੇ ਚੁਗਲ ਹੁੰਦੇ ਸਨ। ਸਿੰਘ ਇਹਨਾਂ ਨੂੰ ਚੁਣ ਚੁਣ ਕੇ ਮਾਰਦੇ। ਜਿਨ੍ਹਾਂ ਨੂੰ ਘਰੋਂ ਕੱਢਿਆ ਗਿਆ ਹੋਵੇ ਉਹ ਦੂਜੇ ਨੂੰ ਘਰ ਦਾ ਸੁੱਖ ਆਨੰਦ ਕਿਉਂ ਮਾਣਨ ਦੇਣ। ਜ਼ਕਰੀਆ ਖਾਨ ਦਿੱਲੀ ਦਰਬਾਰ ਨੂੰ ਸਾਬਿਤ ਕਰਨਾ ਚਾਹੁੰਦੇ ਸਨ ਕਿ ਉਹ ਬੜਾ ਮਜ਼ਬੂਤ ਹਾਕਮ ਹੈ ਅਤੇ ਸਿੱਖਾਂ ਨੂੰ ਸਿੱਧਿਆਂ ਕਰਨਾ ਉਹ ਖੂਬ ਜਾਣਦਾ ਸੀ। ਇਸ ਲਈ ਮੁੱਢਲੇ ਸਾਲਾਂ ਵਿੱਚ ਉਸਨੇ ਬੜੀ ਸਖਤੀ ਕੀਤੀ ਅਤੇ ਕਿਸੇ ਸਿੱਖ ਸਾਧੂ ਸੰਤ ਨੂੰ ਵੀ ਚੈਨ ਨਾ ਲੈਣ ਦਿੱਤਾ। ਜਦ ਜ਼ਕਰੀਆ ਖਾਨ ਸਾਰੀ ਵਾਹ ਲਾ ਕੇ ਥੱਕ ਗਿਆ ਅਤੇ ਸਿੱਖ ਮੁੱਕਣ ਦੀ ਥਾਂ ਵੱਧਦੇ ਗਏ ਤਾਂ ਉਸਨੇ ਨੀਤੀ ਇਹ ਅਪਣਾਈ ਕਿ ਜੇ ਸਿੱਖ ਆਰਾਮ ਨਾਲ ਵਾਹੀ ਬੀਜੀ ਕਰੇ ਤਾਂ ਉਸ ਨੂੰ ਨਾ ਛੇੜਿਆ ਜਾਵੇ। ਰਾਠ ਸਿੰਘ ਜੋ ਘਰਾਂ ਨੂੰ ਤਿਆਗ ਕੇ ਸਰਕਾਰ ਦੇ ਟਾਕਰੇ ਲਈ ਜੰਗਲਾਂ ਅਤੇ ਪਹਾੜਾਂ ਵਿੱਚ ਟਿਕਾਣੇ ਮੱਲੀ ਬੈਠੇ ਸਨ, ਉਹ ਤਾਂ ਹੁਣ ਖੇਤੀਬਾੜੀ ਕਰਨੋਂ ਰਹੇ। ਹਾਂ, ਜੋ ਗੁਰਮੁਖ ਸਾਧੂ ਬਿਰਤੀ ਵਾਲੇ ਸਿੰਘ ਸਨ ਉਹ ਟਾਵੇਂ ਟਾਵੇਂ ਖੇਤੀ ਦੇ ਵਿਹਾਰ ਵਿੱਚ ਲੱਗ ਗਏ। ਉਹ ਆਪਣੇ ਜੁਝਾਰੂ ਭਰਾਵਾਂ ਦੇ ਪੂਰੇ ਹਿਤੈਸ਼ੀ ਸਨ ਜੋ ਉਹਨਾਂ ਦੀ ਸੇਵਾ ਲਈ ਜੋ ਬਣ ਪੈਂਦਾ ਕਰਦੇ। ਸਿੰਘਾਂ ਲਈ ਇਹ ਬੜਾ ਆਸਰਾ ਸੀ। ਚੁਗਲਾਂ ਚੌਧਰੀਆਂ ਨੂੰ ਵੀ ਸੋਝੀ ਪੈ ਗਈ ਸੀ ਕਿ ਜੇ ਕਿਤੇ ਇਹਨਾਂ ਨੂੰ ਸਤਾਇਆ ਤਾਂ ਸਿੰਘ ਉਹਨਾਂ ਦੇ ਟੱਬਰ ਕਬੀਲੇ ਮਾਰ ਮੁਕਾਉਣਗੇ। ਕੁਝ ਸਮੇਂ ਤੱਕ ਇਹ ਕੰਮ ਅਮਨ ਚੈਨ ਨਾਲ ਚੱਲਦਾ ਰਿਹਾ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 218 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।